ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 25 ਦਸੰਬਰ ਹੈ, ਦਿਨ ਐਤਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 10 ਪੋਹ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। 1761 ਦੇ ਵਿੱਚ ਅੱਜ ਦੇ ਦਿਨ ਅਤੇ ਰਾਤ ਨੂੰ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਕੀ ਵਾਪਰਿਆ ਸੀ ਉਹ ਤੁਹਾਨੂੰ ਗਾਥਾ ਦੱਸ ਦਿੰਦੇ ਹਾਂ, ਕਿਉਂਕਿ ਇਹ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ। ਚਮਕੌਰ ਸਾਹਿਬ ਤੋਂ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੱਕ, ਸਰਹੰਦ ਦੀ ਧਰਤੀ ਤੱਕ ਜੋ ਲਾਸਾਨੀ ਸ਼ਹਾਦਤਾਂ ਦੀ ਗਾਥਾ ਲਿਖੀ ਗਈ ਹੈ, ਰੋਜ਼ਾਨਾ ਆਪਾਂ ਉਸ ਦਾ ਜ਼ਿਕਰ ਜ਼ਰੂਰ ਕਰਦੇ ਹਾਂ। ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਰਾਤ ਬਿਤਾਉਣ ਤੋਂ ਬਾਅਦ ਸ਼ਹਿਨशाह ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜਾ ਸਾਹਿਬ ਵਿਖੇ ਗੁਲਾਬੇ ਤੇ ਪੰਜਾਬੇ ਦੇ ਘਰ ਅੱਜ ਦੀ ਰਾਤ ਵਿਸ਼ਰਾਮ ਕੀਤਾ ਸੀ। ਦੂਜੇ ਪਾਸੇ ਗੰਗੂ ਬਾਹਮਣ ਦੇ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲਾਂ ਦੇ ਕੋਲ ਗ੍ਰਿਫਤਾਰ ਕਰਵਾਉਣ ਤੋਂ ਬਾਅਦ ਅੱਜ ਗੁਰੂ ਪਰਿਵਾਰ ਦੇ ਤਿੰਨਾਂ ਜੀਆਂ ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਅੱਜ ਦੀ ਰਾਤ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸੂਬਾ ਸਰਹੰਦ ਦੀ ਕੈਦ ਵਿੱਚ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ। ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਅੱਜ ਦੀ ਰਾਤ ਹੀ ਮੋਤੀ ਮਹਿਰਾ ਨੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਮਹਾਨ ਸੇਵਾ ਕੀਤੀ। ਮੋਤੀ ਰਾਮ ਮਹਿਰਾ ਜੀ ਗੁਰੂ ਘਰ ਦੇ ਉਹੀ ਪ੍ਰੇਮੀ ਸਨ ਜਿਨ੍ਹਾਂ ਨੂੰ ਗੁਰੂ ਪਰਿਵਾਰ ਨੂੰ ਦੁੱਧ ਛਕਾਉਣ ਦੇ ਬਦਲੇ ਬਾਅਦ ਵਿੱਚ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸਰਹੰਦ ਦੀ ਧਰਤੀ ਤੇ ਜੋ ਅੱਜਕੱਲ ਤੁਸੀਂ ਗੁਰਦੁਆਰਾ ਠੰਡਾ ਬੁਰਜ ਨੂੰ ਦੇਖਦੇ ਹੋ, ਅਸਲ ਵਾਲਾ ਠੰਡਾ ਬੁਰਜ ਉਸ ਤੋਂ ਕਿਤੇ ਵੱਖ ਸੀ। ਹਾਲਾਂਕਿ ਚਾਰੇ ਪਾਸਿਆਂ ਤੋਂ ਖੁੱਲਾ ਸੀ, ਬੜੀ ਉੱਚੀ ਥਾਂ ਤੇ ਸਥਿਤ ਸੀ ਅਤੇ ਅੱਜਕੱਲ ਦੇ ਮੌਸਮ ਦੀਆਂ ਰਾਤਾਂ ਦੇ ਵਿੱਚ ਇੱਥੇ ਰਹਿਣਾ ਕਿੰਨਾ ਕੁ ਮੁਸ਼ਕਿਲ ਹੋਏਗਾ ਸ਼ਾਇਦ ਆਪਾਂ ਮਹਿਸੂਸ ਨਾ ਕਰ ਸਕੀਏ, ਪਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਇਸ ਠੰਡੇ ਬੁਰਜ ਦੇ ਵਿੱਚ ਰਾਤ ਕੱਟੀ ਸੀ। ਅਜਿਹੀਆਂ ਪੁਰਾਤਨ ਤਸਵੀਰਾਂ ਪੰਜਾਬ ਦੀ ਡਿਜੀਟਲ ਲਾਇਬ੍ਰੇਰੀ ਨੇ ਬਹੁਤ ਹੀ ਮਿਹਨਤ ਮੁਸ਼ੱਕਤ ਦੇ ਨਾਲ ਇਕੱਠੀਆਂ ਕੀਤੀਆਂ ਨੇ ਤੇ ਸਾਂਭ ਕੇ ਰੱਖੀਆਂ ਹੋਈਆਂ ਨੇ, ਕਿਉਂਕਿ ਗੁਰੂ ਘਰਾਂ ਦੇ ਵਿੱਚ ਤਾਂ ਜ਼ਿਆਦਾਤਰ ਅਸਲੀ ਚੀਜ਼ਾਂ ਨੂੰ ਮਿਟਾ ਦਿੱਤਾ ਗਿਆ। ਸੋ ਪੋਹ ਦੇ ਇਹ ਦਿਨ ਜਿੱਥੇ ਸਿੱਖ ਕੌਮ ਦੇ ਵਿੱਚ ਲਾਸਾਨੀ ਸ਼ਹਾਦਤਾਂ ਦੇ ਦਿਨ ਨੇ, ਉੱਥੇ ਹੀ ਈਸਾਈ ਧਰਮ ਦੇ ਵਿੱਚ ਇਹ ਦਿਨ ਜਸ਼ਨਾਂ ਵਜੋਂ ਮਨਾਏ ਜਾਂਦੇ ਨੇ, ਕਿਉਂਕਿ 25 ਦਸੰਬਰ ਨੂੰ ਈਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਕ੍ਰਿਸਮਸ ਆਉਂਦਾ ਹੈ। ਪੂਰੀ ਦੁਨੀਆ ਦੇ ਵਿੱਚ ਈਸਾਈ ਭਾਈਚਾਰਾ ਇਸ ਦਿਨ ਜਸ਼ਨ ਮਨਾਉਂਦਾ ਹੈ। ਅੱਜ ਦੇ ਦਿਨ ਈਸਾਈ ਧਰਮ ਦੇ ਪੈਗੰਬਰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਮੰਨਿਆ ਜਾਂਦਾ ਹੈ। ਇਸ ਦਿਨ ਗਿਰਜਾਘਰ ਕ੍ਰਿਸਮਸ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਹੁੰਦੇ ਨੇ। ਈਸਾਈ ਭਾਈਚਾਰੇ ਦੇ ਲੋਕ ਇਸ ਦਿਨ ਨੂੰ ਵੱਡਾ ਦਿਨ ਵੀ ਕਹਿੰਦੇ ਨੇ। ਹਾਲਾਂਕਿ ਈਸਾਈ ਧਰਮ ਦੇ ਪਵਿੱਤਰ ਗ੍ਰੰਥ ਬਾਈਬਲ ਦੇ ਵਿੱਚ 25 ਦਸੰਬਰ ਦਾ ਕਿਤੇ ਵੀ ਜ਼ਿਕਰ ਨਹੀਂ ਹੈ, ਪਰ ਕਈ ਸਦੀਆਂ ਪਹਿਲਾਂ ਈਸਾਈ ਧਰਮ ਦੇ ਵੱਲੋਂ ਸਰਬਸੰਮਤੀ ਦੇ ਨਾਲ 25 ਦਸੰਬਰ ਦਾ ਦਿਨ ਹੈ ਜਿਹੜਾ ਉਹ ਯਿਸੂ ਮਸੀਹ ਦੇ ਜਨਮ ਦਿਹਾੜੇ ਵਜੋਂ ਮਨਾਉਣ ਦੇ ਲਈ ਮਿਥਿਆ ਗਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ 25 ਦਸੰਬਰ ਨੂੰ ਹੀ ਕ੍ਰਿਸਮਸ ਮਨਾਈ ਜਾਂਦੀ ਹੈ। ਦੁਨੀਆ ਭਰ ਦੇ ਵਿੱਚ ਵਸਦੇ ਈਸਾਈ ਭਾਈਚਾਰੇ ਨੂੰ ਕ੍ਰਿਸਮਸ ਦੇ ਤਿਉਹਾਰ ਦੀਆਂ ਮੁਬਾਰਕਾਂ। ਹੁਣ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਜ਼ੀਰਾ ਮੋਰਚੇ ਤੋਂ ਆ ਰਹੀ ਹੈ, ਜਿੱਥੇ ਸ਼ਰਾਬ ਫੈਕਟਰੀ ਦੇ ਬਾਹਰ ਲਗਾਤਾਰ ਧਰਨਾ ਲੱਗਿਆ ਹੋਇਆ ਤੇ ਕੱਲ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਤੇ ਸਾਂਝੇ ਮੋਰਚੇ ਦੀ ਮੰਗ ਮੂਰੇ ਝੁਕਦਿਆਂ 44 ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਾਤ 11 ਤੋਂ 12 ਵਜੇ ਦੇ ਵਿਚਕਾਰ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਤੇ ਜਿਵੇਂ ਹੀ ਪ੍ਰਦਰਸ਼ਨਕਾਰੀ ਰਿਹਾ ਹੋਏ ਉਹਨਾਂ ਨੂੰ ਲੈਣ ਦੇ ਲਈ ਮੋਰਚੇ ਤੋਂ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਪਹੁੰਚੇ ਹੋਏ ਸਨ। ਜੇਲੋਂ ਬਾਹਰ ਆਉਣ ਤੇ ਸਾਰਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ, ਢੋਲ ਦੇ ਡੱਗੇ ਵੀ ਵਜਾਏ ਗਏ ਅਤੇ ਇਸ ਨੂੰ ਸੰਘਰਸ਼ ਦੀ ਜਿਹੜੀ ਇੱਕ ਮੰਗ ਸੀ ਉਸ ਦੀ ਜਿੱਤ ਦੱਸਿਆ ਗਿਆ। ਪਰਸੋਂ ਤੱਕ ਪ੍ਰਦਰਸ਼ਨਕਾਰੀ ਇਸ ਮੰਗ ਤੇ ਅੜੇ ਹੋਏ ਸਨ ਕਿ ਜਦੋਂ ਤੱਕ ਸਾਰੇ ਕਿਸਾਨਾਂ ਨੂੰ, ਸਾਰੇ ਜਿਹੜੇ ਗ੍ਰਿਫਤਾਰ ਕੀਤੇ ਗਏ ਮੋਰਚੇ ਦੇ ਲੋਕ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਸਰਕਾਰੀ ਜਾਂਚ ਕਮੇਟੀਆਂ ਦੇ ਵਿੱਚ ਸਹਿਯੋਗ ਨਹੀਂ ਦੇਵਾਂਗੇ। ਸੋ ਕੱਲ ਰਿਹਾਈ ਦੇ ਹੁਕਮਾਂ ਤੋਂ ਬਾਅਦ ਜਾਂਚ ਕਮੇਟੀਆਂ ਨੇ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਥਾਵਾਂ ਤੇ ਜਾ ਕੇ ਨਮੂਨੇ ਹਾਸਲ ਕੀਤੇ ਨੇ। 3 ਕਮੇਟੀਆਂ ਬਣੀਆਂ ਹੋਈਆਂ ਨੇ। ਮਿੱਟੀ, ਪਾਣੀ ਅਤੇ ਪਸ਼ੂਆਂ ਦੇ ਰੋਗਾਂ ਦੀ ਇਹ ਕਮੇਟੀਆਂ ਜਾਂਚ ਕਰਨਗੀਆਂ। ਹਾਲਾਂਕਿ ਇਹਨਾਂ ਜਾਂਚ ਟੀਮਾਂ ਵਿੱਚ ਸਾਂਝੇ ਮੋਰਚੇ ਦਾ ਕੋਈ ਮੈਂਬਰ ਕੱਲ ਸ਼ਾਮਲ ਨਹੀਂ ਹੋਇਆ ਸੀ। ਹੋ ਸਕਦਾ ਹੈ ਕਿ ਅੱਜ ਜਿਹੜੇ ਸਾਂਝੇ ਮੋਰਚੇ ਦੇ ਮੈਂਬਰ ਨੇ ਉਹ ਵੀ ਸ਼ਾਮਲ ਹੋ ਜਾਣ। ਪ੍ਰਸ਼ਾਸਨ ਨੇ ਪਿੰਡ ਦੇ ਵਿੱਚ ਬੁਨਿਆਦੀ ਕਰਵਾ ਕੇ ਜਾਂਚ ਟੀਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੇ ਇਹਨਾਂ ਕਮੇਟੀਆਂ ਨੇ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਮਾਲਬਰੋਸ ਸ਼ਰਾਬ ਫੈਕਟਰੀ ਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਨਮੂਨੇ ਇਕੱਠੇ ਕੀਤੇ ਨੇ। ਪਿੰਡ ਵਾਸੀਆਂ ਦੇ ਨਾਲ ਗੱਲਬਾਤ ਵੀ ਕੀਤੀ। ਕਮੇਟੀ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿਜ, ਸਕੱਤਰ ਕਰੁਣੇਸ਼ ਗਰਗ, ਐਸਸੀ ਹਰਬੀਰ ਸਿੰਘ ਤੇ ਪਰਮਜੀਤ ਸਿੰਘ
ਸਿੰਘ ਇਸ ਸਾਰੇ ਫੈਕਟਰੀ ਦੇ ਅੰਦਰ ਗਏ, ਜਿਨ੍ਹਾਂ ਨੇ ਬੋਰਵੈਲ ਅਤੇ ਪੀਜੋਮੀਟਰ ਦੇ ਪਾਣੀ ਦੇ ਨਮੂਨੇ ਭਰੇ, ਫੈਕਟਰੀ ਦਾ ਦੌਰਾ ਵੀ ਕੀਤਾ, ਅਧਿਕਾਰੀਆਂ ਤੋਂ ਵੀ ਜਾਣਕਾਰੀ ਲਈ। ਇਸੇ ਤਰ੍ਹਾਂ ਜਿਹੜੀ ਸਿਹਤ ਵਿਭਾਗ ਦੀ ਟੀਮ ਬਣਾਈ ਹੋਈ ਹੈ ਡਾਕਟਰ ਰਾਕੇਸ਼ ਕੱਕੜ ਦੀ ਅਗਵਾਈ ਦੇ ਵਿੱਚ, ਉਹਨਾਂ ਨੇ ਕੈਂਸਰ ਪੀੜਤਾਂ ਤੇ ਪਸ਼ੂਆਂ ਦੀ ਬਿਮਾਰੀ ਬਾਰੇ ਜਾਣਕਾਰੀ ਲਈ ਕਿ ਇਲਾਕੇ ਦੇ ਵਿੱਚ ਇਸ ਫੈਕਟਰੀ ਦਾ ਜਿਹੜਾ ਗੰਦਾ ਪਾਣੀ ਹੈ ਉਸ ਨੂੰ ਪੀਣ ਨਾਲ ਕਿੰਨੇ ਲੋਕ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋਏ ਨੇ। ਸੋ ਇਹ ਸਾਰੀਆਂ ਟੀਮਾਂ ਅਗਲੇ ਕੁਝ ਦਿਨਾਂ ਤੱਕ ਲਗਾਤਾਰ ਇਸ ਇਲਾਕੇ ਦੇ ਵਿੱਚੋਂ ਨਮੂਨੇ ਇਕੱਠੇ ਕਰਕੇ ਲੋਕਾਂ ਤੋਂ ਜਾਣਕਾਰੀ ਲੈਣਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਵੀ ਜਾਂਚ ਕੀਤੀ ਜਾਏਗੀ ਅਤੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਸਰਕਾਰ ਨੂੰ ਜਿੰਨਾ ਛੇਤੀ ਹੋ ਸਕਿਆ ਉਨਾ ਛੇਤੀ ਭੇਜੀ ਜਾਵੇਗੀ। ਸੋ ਇਸ ਮੋਰਚੇ ਦੇ ਨਾਲ ਲਤੀਫਪੁਰੇ ਦਾ ਜਿਹੜਾ ਮੋਰਚਾ ਹੈ, ਜਿੱਥੇ ਉਜਾੜੇ ਗਏ ਲੋਕ ਖੁੱਲੇ ਅਸਮਾਨ ਦੇ ਥੱਲੇ ਬੈਠੇ ਨੇ, ਉਸੇ ਤਰ੍ਹਾਂ ਹੀ ਬੈਠੇ ਨੇ। ਮੋਰਚਾ ਉਸੇ ਤਰ੍ਹਾਂ ਜਾਰੀ ਹੈ। ਮੰਗ ਇੱਕੋ ਇੱਕ ਹੈ ਕਿ ਸਾਨੂੰ ਉਸੇ ਥਾਂ ਤੇ ਵਸਾਇਆ ਜਾਵੇ ਲਤੀਫਪੁਰੇ ਦੇ ਵਿੱਚ ਜਿੱਥੋਂ ਸਾਨੂੰ ਉਜਾੜਿਆ ਗਿਆ ਹੈ। ਤੇ ਲਤੀਫਪੁਰਾ ਦੇ ਮਸਲੇ ਦੇ ਵਿੱਚ ਇੱਕ ਬੜੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਲਤੀਫਪੁਰਾ ਦੇ ਵਿੱਚ ਘੁੱਗ ਵਸਦੇ ਜਿਹੜੇ ਘਰਾਂ ਨੂੰ ਉਜਾੜਿਆ ਗਿਆ ਹੈ, ਉਹਨਾਂ ਨੂੰ ਉਜਾੜਨ ਦੀ ਨਗਰ ਸੁਧਾਰ ਟਰਸਟ ਨੂੰ ਇੰਨੀ ਕਾਹਲੀ ਸੀ ਕਿ ਇਸ ਗੱਲ ਦਾ ਇਲਮ ਤੱਕ ਨਹੀਂ ਸੀ ਕਿ ਉਸਦੇ ਬੁਲਡੋਜ਼ਰਾਂ ਨੇ ਕਿੰਨੇ ਘਰ ਉਜਾੜੇ ਨੇ। ਇਹ ਖੁਲਾਸਾ ਖੁਦ ਅਧਿਕਾਰੀਆਂ ਨੇ ਉਸ ਵੇਲੇ ਕੀਤਾ ਜੋ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਆਗੂਆਂ ਨੇ ਉਜਾੜੇ ਗਏ ਘਰਾਂ ਦੀ ਸੂਚੀ ਮੰਗੀ। ਦੇਰ ਸ਼ਾਮ ਸਰਕਟ ਹਾਊਸ ਦੇ ਵਿੱਚ ਜਦੋਂ ਮੀਟਿੰਗ ਹੋਈ ਤਾਂ ਪੀੜਤਾਂ ਦੇ ਕੋਲੋਂ ਹੀ ਪ੍ਰਸ਼ਾਸਨ ਨੇ ਸੂਚੀ ਮੰਗੀ ਕਿ ਲਤੀਫਪੁਰਾ ਦੇ ਵਿੱਚ ਕਿੰਨੇ ਘਰ ਢਾਹੇ ਗਏ ਨੇ, ਯਾਨੀ ਕਿ ਪ੍ਰਸ਼ਾਸਨ ਨੂੰ ਜਾਣਕਾਰੀ ਹੀ ਨਹੀਂ ਹੈ ਕਿ ਉਹਨਾਂ ਨੇ ਕਿੰਨੇ ਘਰ ਢਾਹ ਦਿੱਤੇ। ਹਾਲਾਂਕਿ ਹੁਣ ਤੱਕ 50 ਦੀ ਗਿਣਤੀ ਦੀ ਹੀ ਚਰਚਾ ਹੁੰਦੀ ਰਹੀ ਹੈ। ਤੇ ਡੀਸੀ ਨਾਲ ਇਸ ਮੀਟਿੰਗ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਧੱਕੇ ਨਾਲ ਉਜਾੜੇ ਗਏ ਲੋਕਾਂ ਦਾ ਪ੍ਰਸ਼ਾਸਨ ਕੋਲ ਵੇਰਵਾ ਹੀ ਨਹੀਂ ਹੈ। ਤਾਂ ਫਿਰ ਮੋਰਚੇ ਦੇ ਲੋਕਾਂ ਨੇ ਸਵਾਲ ਪੁੱਛਿਆ ਹੈ ਕਿ ਜਦੋਂ ਤੁਹਾਡੇ ਕੋਲ ਵੇਰਵਾ ਹੀ ਨਹੀਂ ਸੀ ਤਾਂ ਟਰਸਟ ਨੇ ਲਤੀਫਪੁਰਾ ਦੇ ਲੋਕਾਂ ਦਾ ਉਜਾੜਾ ਕਿਸ ਆਧਾਰ ਤੇ ਕੀਤਾ ਹੈ। ਕੱਲ ਸ਼ਾਮ ਨੂੰ ਇੱਥੇ ਡਟੇ ਲੋਕਾਂ ਨੇ ਸਰਕਾਰ ਦਾ ਪੁਤਲਾ ਵੀ ਫੂਕਿਆ, ਨਾਅਰੇਬਾਜ਼ੀ ਕੀਤੀ ਅਤੇ 27 ਦਸੰਬਰ ਨੂੰ ਯਾਨੀ ਕਿ ਪਰਸੋਂ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਮੰਗਾਂ ਮਨਵਾਉਣ ਦੇ ਲਈ 1 ਜਨਵਰੀ ਨੂੰ ਪੀਏਪੀ ਚੌਂਕ ਤੇ ਹਾਈਵੇ ਜਾਮ ਕਰਨ ਦੀਆਂ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜੇ 18 ਟੋਲ ਪਲਾਜ਼ਿਆਂ ਤੇ ਧਰਨੇ ਲਾਏ ਹੋਏ ਨੇ ਉਹ ਵੀ ਲਗਾਤਾਰ ਜਾਰੀ ਨੇ। ਇਹ ਧਰਨੇ ਜਨਵਰੀ ਦੇ ਅੱਧ ਤੱਕ ਜਾਰੀ ਰਹਿਣਗੇ ਤੇ ਇਸੇ ਕਮੇਟੀ ਦੀ ਅਗਵਾਈ ਵਿੱਚ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਵੀ ਧਰਨੇ ਲਗਾਤਾਰ ਲੱਗੇ ਹੋਏ ਨੇ। ਸੰਗਰੂਰ ਦੇ ਵਿੱਚ ਕੜਾਕੇ ਦੀ ਠੰਡ ਵਿੱਚ ਵੀ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਟਰੱਕ ਆਪਰੇਟਰ ਡਟੇ ਹੋਏ ਨੇ। ਇਹਨਾਂ ਦੇ ਵੀ ਇੱਕੋ ਇੱਕ ਮੰਗ ਹੈ, ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ, ਟੈਂਡਰ ਸਿੱਧੇ ਟਰੱਕ ਯੂਨੀਅਨਾਂ ਨੂੰ ਦਿੱਤੇ ਜਾਣ। ਅੱਜ ਇਹਨਾਂ ਦਾ ਧਰਨਾ 6ਵੇਂ ਦਿਨ ਵਿੱਚ ਪਹੁੰਚ ਜਾਵੇਗਾ। ਹਾਲਾਂਕਿ ਟਰੱਕ ਯੂਨੀਅਨ ਦੇ ਸੂਬਾ ਪੱਧਰੀ ਵਫਦ ਦੀ ਬੀਤੇ ਦਿਨੀ ਪੰਜਾਬ ਦੇ 3 ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ, ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ, ਪਰ ਇਹਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕਰ ਦਿੰਦੇ, ਭਰੋਸਾ ਤਾਂ ਮਿਲ ਗਿਆ ਪਰ ਜਦੋਂ ਤੱਕ ਇਹਨਾਂ ਨੂੰ ਪੂਰ ਨਹੀਂ ਚੜਾਇਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਹੀ ਡਟੇ ਰਹਾਂਗੇ। ਕੋਰੋਨਾ ਦੇ ਖਦਸ਼ੇ ਦੇ ਮੱਦੇਨਜ਼ਰ ਭਾਰਤ ਦੇ ਵਿੱਚ 5 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕੋਵਿਡ ਦਾ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ। ਚੀਨ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਤੇ ਥਾਈਲੈਂਡ ਤੋਂ ਜਿਹੜਾ ਵੀ ਹਵਾਈ ਅੱਡੇ ਤੇ ਉਤਰੇਗਾ ਉਹਨਾਂ ਦਾ ਟੈਸਟ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਆਕਸੀਜਨ ਅਤੇ ਜੀਵਨ ਰੱਖਿਅਕ ਪ੍ਰਣਾਲੀ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ। ਆਮਦਨ ਕਰ ਵਿਭਾਗ ਨੇ ਹੁਕਮ ਲਾਗੂ ਕੀਤਾ ਹੈ ਕਿ ਜਿਹੜੇ ਪੈਨ ਹਾਲੇ ਤੱਕ ਆਧਾਰ ਦੇ ਨਾਲ ਲਿੰਕ ਨਹੀਂ ਕੀਤੇ ਗਏ ਉਹ ਅਗਲੇ ਸਾਲ ਮਾਰਚ ਦੇ ਅੰਤ ਵਿੱਚ ਕੰਮ ਦੇ ਨਹੀਂ ਰਹਿਣਗੇ ਜਾਂ ਅਯੋਗ ਕਰਾਰ ਦੇ ਦਿੱਤੇ ਜਾਣਗੇ। ਯਾਨੀ ਕਿ ਅਗਲੇ ਸਾਲ 2023 ਦੇ 31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ। ਨੋਟਿਸ ਜਾਰੀ ਕਰਦਿਆਂ ਵਿਭਾਗ ਨੇ ਕਿਹਾ ਜੋ ਜ਼ਰੂਰੀ ਹੈ ਉਹ ਜ਼ਰੂਰੀ ਹੈ, ਦੇਰੀ ਨਾ ਕਰੋ, ਅੱਜ ਹੀ ਲਿੰਕ ਕਰੋ। ਵੀਡੀਓਕਾਨ ਕਥਿਤ ਕਰਜ਼ਾ ਘੁਟਾਲਾ ਮਾਮਲੇ ਦੇ ਵਿੱਚ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ICICI ਬੈਂਕ ਦੀ ਸਾਬਕਾ CEO ਚੰਦਾ ਕੋਛੜ ਅਤੇ ਉਸਦੇ ਪਤੀ ਦੀਪਕ ਕੋਛੜ ਨੂੰ ਕੱਲ ਯਾਨੀ ਕਿ 26 ਦਸੰਬਰ ਤੱਕ CBI ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਭਾਰਤ ਜੋੜੋ ਯਾਤਰਾ ਫਿਲਹਾਲ 3 ਜਨਵਰੀ ਤੱਕ ਰੋਕ ਦਿੱਤੀ ਗਈ ਹੈ। 3000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇੱਕ ਵਾਰੀ ਇਹ ਯਾਤਰਾ ਫਿਰ ਰੋਕੀ ਗਈ ਹੈ, ਜਿਹੜੀ ਕਿ 3 ਜਨਵਰੀ ਨੂੰ ਮੁੜ ਸ਼ੁਰੂ ਹੋਵੇਗੀ। ਕੱਲ ਇਹ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਦਿੱਲੀ ਵਿੱਚ ਦਾਖਲ ਹੋਈ ਸੀ। ਲਾਲ ਕਿਲੇ ਦੇ ਬਾਹਰ ਕਾਂਗਰਸੀ ਲੀਡਰ ਰਾਹੁਲ ਨੇ ਬੀਜੇਪੀ ਸਮੇਤ RSS ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਬੀਜੇਪੀ ਸਿਆਸਤ ਨਾ ਖੇਡੇ, ਯਾਤਰਾ ਨੂੰ ਕੋਈ ਰੋਕ ਨਹੀਂ ਸਕਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਭਾਰਤ ਦੀ ਕੌਮੀ ਸਿੱਖਿਆ ਨੀਤੀ ਤਹਿਤ ਦੇਸ਼ ਦੇ ਵਿੱਚ ਪਹਿਲੀ ਵਾਰੀ ਦੂਰਦਰਸ਼ੀ ਅਤੇ ਭਵਿੱਖਮੁਖੀ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ।
ਹਾਲਾਂਕਿ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਲੋਕ ਭਾਰਤ ਸਰਕਾਰ ਦੀ ਨਵੀਂ ਨੀਤੀ ਨੂੰ ਵਿਵਾਦਿਤ ਸਿੱਖਿਆ ਨੀਤੀ ਕਹਿੰਦੇ ਨੇ, ਪਰ ਜੇ ਸੈਂਟਰ ਸਰਕਾਰ ਨੇ ਹੁਣ ਪੂਰੀ ਤਿਆਰੀ ਕਰ ਲਈ ਹੈ ਤੇ ਇਸ ਨਵੀਂ ਸਿੱਖਿਆ ਨੀਤੀ ਨੂੰ ਲਿਆਉਣ ਤੇ ਲਾਗੂ ਕਰਨ ਨੂੰ ਸ਼ਾਇਦ ਇਸ ਸਰਕਾਰ ਦੇ ਸਮੇਂ ਤੱਕ ਕੋਈ ਨਹੀਂ ਰੋਕ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਤੇ ਗੁਲਾਮ ਮਾਨਸਿਕਤਾ ਦੇ ਕਾਰਨ ਦੇਸ਼ ਦੇ ਗੁਆਚੇ ਸਨਮਾਨ ਨੂੰ ਮੁੜ ਹਾਸਲ ਕਰਨ ਲਈ ਕੁਝ ਵੀ ਨਾ ਕਰਨ ਦਾ ਦੋਸ਼ ਵੀ ਲਾਇਆ। ਪ੍ਰਧਾਨ ਮੰਤਰੀ ਰਾਜਕੋਟ ਦੇ ਸ੍ਰੀ ਸਵਾਮੀ ਨਾਰਾਇਣ ਗੁਰੂਕੁਲ ਦੇ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਸਮਾਰੋਹ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਸੰਬੋਧਨ ਕਰ ਰਹੇ ਸਨ। ਸੈਂਟਰ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਵਜੋਂ ਮਨਾਉਣ ਦੀਆਂ ਵੀ ਪੂਰੀਆਂ ਤਿਆਰੀਆਂ ਕਰ ਲਈਆਂ ਨੇ। ਲੱਖਾਂ ਕਰੋੜਾਂ ਸਿੱਖਾਂ ਦੇ ਨਾਲ-ਨਾਲ SGPC ਦੇ ਵੱਲੋਂ ਵਾਰ-ਵਾਰ ਮੰਗ ਕੀਤੀ ਗਈ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਨਾ ਬਣਾਇਆ ਜਾਵੇ, ਪਰ ਸੈਂਟਰ ਸਰਕਾਰ ਉਸੇ ਨਾਮ ਦੇ ਨਾਲ ਹੀ ਪ੍ਰੋਗਰਾਮ ਮਨਾਉਣ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ। 26 ਦਸੰਬਰ ਯਾਨੀ ਕਿ ਕੱਲ ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਦਿੱਲੀ ਦੇ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 300 ਬਾਲ ਕੀਰਤਨੀਆਂ ਦੇ ਵੱਲੋਂ ਯਾਨੀ ਕਿ 300 ਬੱਚਿਆਂ ਦੇ ਵੱਲੋਂ ਸ਼ਬਦ ਕੀਰਤਨ ਗਾਇਨ ਕੀਤਾ ਜਾਵੇਗਾ। 3000 ਬੱਚਿਆਂ ਦੇ ਵੱਲੋਂ ਮਾਰਚ ਕੱਢਿਆ ਜਾਵੇਗਾ, ਜਿਸ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਦਿਖਾਉਣਗੇ। ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸਮਾਪਤ ਹੋਣ ਤੋਂ ਬਾਅਦ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਮਹੱਲਾ ਕੱਢਿਆ। ਗੁਰਦੁਆਰਾ ਰਣਜੀਤਗੜ੍ਹ ਸਾਹਿਬ ਤੋਂ ਮਹੱਲਾ ਸਜਾਇਆ ਗਿਆ, ਜਿਹੜਾ ਕਿ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸਟੇਡੀਅਮ 'ਚ ਪਹੁੰਚਿਆ। ਇੱਥੇ ਨਿਹੰਗ ਸਿੰਘਾਂ ਦੇ ਵੱਲੋਂ ਘੋੜਸਵਾਰੀ ਤੇ ਖਾਲਸਾਈ ਜੰਗਜੂ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਗੁਰਦਾਸਪੁਰ ਦੇ ਕਾਦੀਆਂ ਦੇ ਵਿੱਚ ਜਮਾਤੇ ਅਹਿਮਦੀਆ ਦਾ 127ਵਾਂ ਕੌਮਾਂਤਰੀ ਸਾਲਾਨਾ ਜਲਸਾ ਵੀ ਸ਼ੁਰੂ ਹੋ ਚੁੱਕਿਆ ਹੈ, ਜਿਸ ਦੇ ਵਿੱਚ ਕੱਲ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਲ ਕਾਂਗਰਸੀ ਲੀਡਰ ਵੀ ਪਹੁੰਚੇ ਹੋਏ ਸਨ। ਇਸ ਜਲਸੇ ਦੇ ਵਿੱਚ ਮੌਰੀਸ਼ੀਅਸ, ਨੇਪਾਲ, ਭੂਟਾਨ, ਬਰਤਾਨੀਆ, ਯੂਰਪ, ਅਮਰੀਕਾ ਸਮੇਤ ਲਗਭਗ 25 ਦੇਸ਼ਾਂ ਦੇ 16000 ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਨਵੀਂ ਕਮੇਟੀ ਨੂੰ ਫਿਰ ਤੋਂ ਨਾਮਨਜ਼ੂਰ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਨਾ ਤਾਂ ਉਹਨਾਂ ਨੂੰ ਨਵੀਂ ਕਮੇਟੀ ਮਨਜ਼ੂਰ ਹੈ ਤੇ ਨਾ ਹੀ ਸੰਗਤ ਨੂੰ, ਕਿਉਂਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਸਿੱਖਾਂ ਦੀ ਸਲਾਹ ਲਏ ਤੋਂ ਬਿਨਾਂ ਮਨਮਰਜ਼ੀ ਦੇ ਨਾਲ ਨਵੀਂ ਕਮੇਟੀ ਦੇ ਵਿੱਚ ਮੈਂਬਰ ਨਾਮਜ਼ਦ ਕੀਤੇ ਨੇ। ਝੀਂਡਾ ਨੇ ਹਰਿਆਣਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ 31 ਦਸੰਬਰ ਤੱਕ ਜੇ ਮੁੱਖ ਮੰਤਰੀ ਨੇ ਸਿੱਖਾਂ ਦੀ ਰਾਏ ਲੈ ਕੇ ਕਮੇਟੀ ਦਾ ਮੁੜ ਗਠਨ ਨਾ ਕੀਤਾ ਤਾਂ ਹਰਿਆਣੇ ਦੀ ਸੰਗਤ ਵੱਲੋਂ 1 ਜਨਵਰੀ ਨੂੰ ਧਮਾਕਾ ਕੀਤਾ ਜਾਵੇਗਾ। ਝੀਂਡਾ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਦੇ ਰੈਸਟ ਹਾਊਸ ਦੇ ਵਿੱਚ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨੇ ਪ੍ਰੈਸ ਮਿਲਣੀ ਦੌਰਾਨ ਇਹ ਚੇਤਾਵਨੀ ਦਿੱਤੀ ਹੈ। ਪਿਛਲੇ ਦਿਨੀ ਪੰਜਾਬ ਦੇ ਵਿੱਚ ਵਿਜੀਲੈਂਸ ਦੀ ਟੀਮ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਿੰਦਰ ਸਿੰਘ ਚਾਲ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਭਰਤਿੰਦਰ ਸਿੰਘ ਚਾਲ ਦਾ ਇੱਕ ਬਹੁ ਮੰਜ਼ਲਾ ਸ਼ਾਪਿੰਗ ਕੰਪਲੈਕਸ ਜਿਹੜਾ ਬਣਿਆ ਹੋਇਆ ਉਹ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਬਣਿਆ ਹੋਇਆ, ਪਰ ਜੰਗਲਾਤ ਵਿਭਾਗ ਇਸ ਸੰਬੰਧੀ ਕੋਈ ਵੀ ਸਫਾਈ ਦੇਣ ਤੋਂ ਭੱਜ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਡੇਰੀ ਦੀ ਜ਼ਮੀਨ ਅਕਾਲੀ ਸਰਕਾਰ ਨੇ ਪੁੱਡਾ ਹਵਾਲੇ ਕਰ ਦਿੱਤੀ ਸੀ ਜਦੋਂ 2007 ਤੋਂ 17 ਦਰਮਿਆਨ ਉਹਨਾਂ ਦੀ ਸਰਕਾਰ ਰਹੀ ਹੈ ਤੇ ਸੜਕ ਦੀਆਂ ਬਰਮਾਂ ਨਾਲ ਹੀ ਜੰਗਲਾਤ ਵਿਭਾਗ ਦੀ ਜ਼ਮੀਨ ਵੀ ਮੌਜੂਦ ਸੀ, ਜਿਸ ਨੂੰ ਫੋਰੈਸਟ ਕੰਜ਼ਰਵੇਸ਼ਨ ਐਕਟ 1980 ਤਹਿਤ ਕੇਂਦਰ ਦੀ NOC ਤੋਂ ਬਿਨਾਂ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਵਿਭਾਗ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਸੀ। ਪਰ ਜਦੋਂ ਇਹ ਜ਼ਮੀਨ ਪੁੱਡਾ ਹਵਾਲੇ ਕੀਤੀ ਗਈ ਤਾਂ ਜ਼ਮੀਨ ਦਾ ਮੁੱਖ ਸੜਕ ਨਾਲ ਲੱਗਦਾ ਕੁਝ ਹਿੱਸਾ ਭਰਤਿੰਦਰ ਸਿੰਘ ਚਾਲ ਨੇ ਖਰੀਦ ਲਿਆ, ਜਿੱਥੇ ਉਸਨੇ ਬਹੁ ਮੰਜ਼ਲਾ ਸ਼ਾਪਿੰਗ ਕੰਪਲੈਕਸ ਬਣਾਇਆ। ਤਫਸੀਲ ਦੇ ਨਾਲ ਪੂਰੀ ਜਾਣਕਾਰੀ ਤੁਹਾਨੂੰ ਇੱਕ ਖਾਸ ਰਿਪੋਰਟ ਦੇ ਵਿੱਚ ਦਿਆਂਗੀ। ਪਿਛਲੇ ਦਿਨੀ ਸਿੱਕਮ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਹੈ, ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਆਰਮੀ ਦਾ ਟਰੱਕ ਪਲਟਣ ਦੇ ਨਾਲ 16 ਜਵਾਨ ਸ਼ਹੀਦ ਹੋ ਗਏ ਸਨ। ਉਹਨਾਂ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਾਜੇਵਾਲ ਦਾ ਨਾਇਬ ਸੂਬੇਦਾਰ ਓਂਕਾਰ ਸਿੰਘ ਵੀ ਸ਼ਾਮਲ ਸੀ। ਹਾਦਸੇ ਦੀ ਖਬਰ ਸੁਣਨ ਦੇ ਸਾਰ ਪੂਰੇ ਇਲਾਕੇ ਵਿੱਚ ਸੋਗ ਫੈਲ ਗਿਆ। ਨਾਇਬ ਸੂਬੇਦਾਰ ਓਂਕਾਰ ਸਿੰਘ ਮਾਤਾ ਪਿਤਾ ਦਾ ਇਕਲੌਤਾ ਪੁੱਤ ਸੀ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਉਸ ਦੇ ਸਿਰ ਤੇ ਸੀ। ਇਸ ਮਨਹੂਸ ਖਬਰ ਤੋਂ ਬਾਅਦ ਮਾਪਿਆਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ। ਜਗਰਾਉਂ ਤੋਂ ਖਬਰ ਹੈ, ਜਿੱਥੇ ਲੁਧਿਆਣਾ ਫਿਰੋਜ਼ਪੁਰ ਮਾਰਗ ਤੇ ਲੰਘੀ ਰਾਤ 12 ਵਜੇ 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਦੇ ਵਿੱਚ 3 ਨੌਜਵਾਨ ਮਾਰੇ ਗਏ, 2 ਜ਼ਖਮੀ ਹੋ ਗਏ। ਤਿੰਨੇ ਨੌਜਵਾਨ ਪਿੰਡ ਸਿੱਧਵਾਂ ਕਲਾਂ ਦੇ ਰਹਿਣ ਵਾਲੇ ਸਨ ਤੇ ਉਮਰ ਮਹਿਜ਼ 20 ਤੇ 21 ਸਾਲ ਸੀ। ਜ਼ਖਮੀ ਹੋਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਤੇ ਇਹਨਾਂ ਦੀ ਗਲਤੀ ਕਰਕੇ ਹੀ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ, ਕਿਉਂਕਿ ਰੋਂਗ ਸਾਈਡ ਤੋਂ ਆ ਰਹੇ ਸਨ। ਮੁਕੇਰੀਆਂ ਤੋਂ ਵੀ ਅਜਿਹੀ ਖਬਰ ਹੈ, ਜਿੱਥੇ ਪਿੰਡ ਦੇਪੁਰ ਦੇ ਚੰਡੋਲੀ ਮੁਹੱਲੇ ਦੇ ਵਿੱਚ ਰਹਿਣ ਵਾਲੇ ਅਤੇ ਹਰਿਆਣੇ ਦੇ ਵਿੱਚ ਹਾਈਡਰਾ ਮਸ਼ੀਨ ਚਲਾਉਣ ਦਾ ਕੰਮ ਕਰਦੇ 2 ਸਕੇ ਭਰਾਵਾਂ ਦੀਆਂ ਲਾਸ਼ਾਂ ਭਰੀ ਹਾਲਤ ਵਿੱਚ ਰੋਹਤਕ ਦੇ ਸਿੰਘਪੁਰਾ ਫਾਟਕ ਨੇੜਿਓਂ ਰੇਲਵੇ ਟਰੈਕ ਤੋਂ ਮਿਲੀਆਂ ਨੇ। ਇਹ ਦੋਵੇਂ ਰੋਹਤਕ ਦੀ ਸ਼ਾਮ ਲਾਲ ਮਾਰਕੀਟ ਦੇ ਵਿੱਚ ਰਹਿੰਦੇ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਰੇਲਵੇ ਟਰੈਕ ਤੇ ਸੁੱਟਿਆ ਗਿਆ।
ਪੂਰੇ ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਕੱਲ ਸਿਟੀ ਬਿਊਟੀਫੁਲ ਚੰਡੀਗੜ੍ਹ ਅਤੇ ਰਾਜਸਥਾਨ ਦਾ ਚੁਰੂ ਸਭ ਤੋਂ ਠੰਡੇ ਸ਼ਹਿਰ ਰਹੇ। ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਸਣੇ ਹਾਲੇ ਪੂਰੇ ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹੇਗਾ। ਕੱਲ ਪਟਿਆਲਾ ਤੇ ਗੰਗਾਨਗਰ ਦੇ ਵਿੱਚ ਸਭ ਤੋਂ ਵੱਧ ਧੁੰਦ ਪਈ ਹੈ। ਪੂਰੇ ਉੱਤਰੀ ਭਾਰਤ ਦੇ ਵਿੱਚ ਕਈ ਥਾਈਂ ਰੇਲ ਗੱਡੀਆਂ ਦੇਰੀ ਦੇ ਨਾਲ ਚੱਲ ਰਹੀਆਂ ਨੇ। ਜੰਮੂ ਕਸ਼ਮੀਰ ਦੇ ਵਿੱਚ ਭਾਰੀ ਬਰਫ਼ਬਾਰੀ ਕਰਕੇ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪਿਆ ਹੈ। ਇੱਥੇ ਪਾਰਾ ਜਿਹੜਾ ਤਾਪਮਾਨ ਹੈ ਉਹ -4.8 ਡਿਗਰੀ ਸੈਲਸੀਅਸ ਤੋਂ ਡਿੱਗ ਕੇ ਹੁਣ 5.4 ਤੱਕ ਪਹੁੰਚ ਗਿਆ। ਧੁੰਦ ਕਾਰਨ ਉਡਾਣਾਂ ਤੇ ਪੈਣ ਵਾਲੇ ਅਸਰ ਨੂੰ ਘਟਾਉਣ ਦੇ ਲਈ 에ਅਰ ਇੰਡੀਆ ਯਾਤਰੀਆਂ ਤੱਕ ਸਰਗਰਮੀ ਨਾਲ ਪਹੁੰਚ ਕਰੇਗਾ ਅਤੇ ਉਹਨਾਂ ਨੂੰ ਆਪਣੀ ਉਡਾਣ ਦਾ ਸਮਾਂ ਬਦਲਣ ਜਾਂ ਫਿਰ ਇਸ ਨੂੰ ਰੱਦ ਕਰਨ ਦਾ ਕੋਈ ਬਦਲ ਲਵੇਗਾ ਤੇ ਇਸ ਦੇ ਲਈ ਕੰਪਨੀ ਕੋਈ ਐਕਸਟਰਾ ਚਾਰਜ ਵੀ ਵਸੂਲ ਨਹੀਂ ਕਰੇਗੀ। ਇਸ ਦੇ ਲਈ ਟਾਟਾ ਦੀ ਮਾਲਕੀ ਵਾਲੀ 에ਅਰ ਇੰਡੀਆ ਨੇ ਫੌਗ ਕੇਅਰ ਮੁਹਿੰਮ ਲਾਂਚ ਕੀਤੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਤਾਂ ਕੜਾਕੇ ਦੀ ਠੰਡ ਪੈ ਹੀ ਰਹੀ ਹੈ। ਸੁੱਕੀ ਠੰਡ ਨੇ ਲੋਕਾਂ ਨੂੰ ਸੁੰਨ ਕਰ ਦਿੱਤਾ ਹੈ ਤੇ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਠੰਡ ਕਹਿਰ ਦੀ ਵਰ ਰਹੀ ਹੈ। ਕਸ਼ਮੀਰ ਦੇ ਵਿੱਚ ਠੰਡ ਨੇ ਆਪਣੀ ਜਕੜ ਹੋਰ ਵੀ ਮਜ਼ਬੂਤ ਕਰ ਦਿੱਤੀ ਹੈ। ਵਾਦੀ ਵਿੱਚ ਜ਼ਿਆਦਾਤਰ ਥਾਵਾਂ ਤੇ ਘੱਟੋ-ਘੱਟ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਸੋਮਵਾਰ ਤੋਂ ਕੁਝ ਦਿਨਾਂ ਤੱਕ ਠੰਡ ਤੇ ਖੁਸ਼ਕ ਮੌਸਮ ਤੋਂ ਰਾਹਤ ਮਿਲਣ ਦੀ ਭਵਿੱਖਬਾਣੀ ਵੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਦੇ ਵਿੱਚ ਘੱਟੋ-ਘੱਟ ਤਾਪਮਾਨ -5.4 ਡਿਗਰੀ ਸੈਲਸੀਅਸ ਤੇ ਰਿਹਾ, ਯਾਨੀ ਕਿ -5.4 ਤੇ ਚਲਾ ਗਿਆ। ਪਹਿਲਗਾਮ ਦੇ ਵਿੱਚ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਰਿਹਾ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਮਸ਼ਹੂਰ ਸੱਕੀ ਰਿਜ਼ੋਰਟ ਦਾ ਤਾਪਮਾਨ 0 ਤੋਂ ਹੇਠਾਂ -6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਿਕ 26 ਤੋਂ ਲੈ ਕੇ 31 ਦਸੰਬਰ ਤੱਕ ਠੰਡੇ ਅਤੇ ਖੁਸ਼ਕ ਮੌਸਮ ਤੋਂ ਕੁਝ ਰਾਹਤ ਮਿਲੇਗੀ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੜਕੇ ਆਥਣੇ ਦੀ ਧੁੰਦ ਵੀ ਲਗਾਤਾਰ ਪੈ ਰਹੀ ਹੈ। ਹਾਲਾਂਕਿ ਦਿਨ ਵੇਲੇ ਮੌਸਮ ਸਾਫ਼ ਹੋ ਜਾਂਦਾ ਹੈ। ਸੂਰਜ ਓਨੀ ਤਿੱਖੀ ਧੁੱਪ ਤਾਂ ਨਹੀਂ ਵਰਾਉਂਦਾ, ਪਰ ਧੁੱਪ ਨਿਕਲਦੀ ਜ਼ਰੂਰ ਹੈ। ਮਿੱਠੀ ਭਾਵੇਂ ਨਿਕਲਦੀ ਹੈ, ਪਰ ਲੋਕਾਂ ਨੂੰ ਰਾਹਤ ਮਿਲਦੀ ਹੈ। ਚਾਰੇ ਪਾਸੇ ਧੂਣੀਆਂ ਤੋਂ ਖਾ ਕੇ ਲੋਕ ਠੰਡ ਤੋਂ ਰਾਹਤ ਲੈਂਦੇ ਵੀ ਨਜ਼ਰ ਆ ਰਹੇ ਨੇ। ਗੁਰਦਾਸਪੁਰ ਦੇ ਨਵਨਿਯੁਕਤ ਆਰਟੀਏ ਦਵਿੰਦਰ ਕੁਮਾਰ ਨੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਬਚਾਉਣ ਦੀ ਅਪੀਲ ਕਰਦਿਆਂ ਸੰਘਣੀ ਧੁੰਦ ਵਿੱਚ ਵਾਹਨਾਂ ਦੀ ਸਪੀਡ ਹੌਲੀ ਰੱਖਣ ਦਾ ਸੁਨੇਹਾ ਦਿੱਤਾ ਹੈ, ਕਿਉਂਕਿ ਜਦੋਂ ਘੱਟ ਵਿਜ਼ਿਬਿਲਟੀ ਦੇ ਵਿੱਚ ਤੇਜ਼ ਸਪੀਡ ਦੇ ਨਾਲ ਕਹਿੰਦੇ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਸੜਕ ਹਾਦਸਿਆਂ ਦਾ ਕਾਰਨ ਤੁਸੀਂ ਆਪ ਬਣਦੇ ਹੋ। ਵਾਹਨ ਨੂੰ ਉਹਨਾਂ ਨੇ ਕਿਹਾ ਕਿ ਸੜਕ ਦੇ ਵਿਚਾਲੇ ਖੜਾ ਨਾ ਕਰੋ ਤਾਂ ਜੋ ਪਿੱਛੋਂ ਆ ਰਿਹਾ ਵਿਅਕਤੀ ਤੁਹਾਡੇ ਵਾਹਨ ਦੇ ਵਿੱਚ ਟੱਕਰ ਨਾ ਮਾਰੇ। ਇਸ ਦੇ ਨਾਲ ਹੀ ਉਹਨਾਂ ਨੇ ਧੁੰਦ ਦੇ ਦਿਨਾਂ ਦੇ ਵਿੱਚ ਗੱਡੀ ਦੇ ਸਾਰੇ ਦਸਤਾਵੇਜ਼ ਤੇ ਇੰਡੀਕੇਟਰ ਲਾਈਟਾਂ, ਫੌਗ ਲਾਈਟਾਂ ਆਦਿ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਰਾਹ ਦੇ ਵਿੱਚ ਗੱਡੀ ਨੂੰ ਕੋਈ ਦਿੱਕਤ ਨਾ ਆਵੇ। ਨੈਸ਼ਨਲ ਹਾਈਵੇ ਤੇ ਚੱਲ ਰਹੇ ਢਾਬਾ ਮਾਲਕਾਂ ਨੂੰ ਵੀ ਕਹਿੰਦੇ ਚਾਹੀਦਾ ਕਿ ਉਹ ਟਰੈਕ ਤੇ ਰੁਕਣ ਵਾਲੇ ਵਾਹਨ ਚਾਲਕਾਂ ਨੂੰ ਵੀ ਆਪਣੇ ਵਾਹਨ ਸਹੀ ਥਾਂ ਤੇ ਪਾਰਕ ਕਰਨ ਦੇ ਲਈ ਕਹਿਣ ਤਾਂ ਜੋ ਸੜਕ ਤੇ ਗਲਤ ਪਾਰਕਿੰਗ ਕਰਕੇ ਕੋਈ ਸੜਕ ਹਾਦਸਾ ਨਾ ਵਾਪਰੇ। ਉਹਨਾਂ ਨੇ ਪਠਾਨਕੋਟ ਤੋਂ ਬਟਾਲਾ ਨੈਸ਼ਨਲ ਹਾਈਵੇ ਤੇ ਚੱਲ ਰਹੇ ਸਾਰੇ ਕਾਰੋਬਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਹਾਈਵੇ ਤੇ ਕੋਈ ਵੀ ਗੱਡੀ ਖੜੀ ਨਜ਼ਰ ਆਈ ਤਾਂ ਵਿਭਾਗ ਦੇ ਵੱਲੋਂ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨ ਵੀ ਜ਼ਬਤ ਕੀਤਾ ਜਾਵੇਗਾ। ਹੁਣ ਵਿਦੇਸ਼ਾਂ ਦੀ ਜੇ ਗੱਲ ਕਰ ਲਈਏ ਤਾਂ ਕੈਨੇਡਾ ਦੇ ਵਿੱਚ ਵੀ ਠੰਡ ਲਗਾਤਾਰ ਪੈ ਰਹੀ ਹੈ। ਸੂਬੇ ontario ਦੇ ਵਿੱਚ ਲੰਘੀ ਰਾਤ ਤੋਂ ਚੱਲ ਰਹੇ ਬਰਫੀਲੇ ਤੂਫਾਨ ਤੇ ਖਰਾਬ ਮੌਸਮ ਦੇ ਕਾਰਨ ਸੂਬੇ ਦੇ ਵੱਡੇ ਹਾਈਵੇ 401 ਵੈਸਟ ਤੇ ਲੰਡਨ ਤੋਂ ਟਿਲਬਰੀ ਤੱਕ ਵੱਖ-ਵੱਖ ਸੜਕ ਹਾਦਸੇ ਵਾਪਰੇ। ontario ਪ੍ਰੋਵਿੰਸ਼ੀਅਲ ਪੁਲਿਸ ਦੇ ਮੁਤਾਬਿਕ ਹਾਦਸਿਆਂ ਦੇ ਵਿੱਚ 100 ਤੋਂ ਉੱਪਰ ਗੱਡੀਆਂ ਪ੍ਰਭਾਵਿਤ ਹੋ ਚੁੱਕੀਆਂ ਨੇ, ਯਾਨੀ ਕਿ 100 ਤੋਂ ਵੱਧ ਗੱਡੀਆਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਇਹਨਾਂ ਹਾਦਸਿਆਂ ਦੇ ਵਿੱਚ ਕਮਰਸ਼ੀਅਲ ਟਰੱਕ, ਟ੍ਰੇਲਰ ਤੇ ਕਾਰਾਂ ਵੀ ਸ਼ਾਮਿਲ ਨੇ। ਹਾਈਡਰੋਵਨ ਦੇ ਮੁਤਾਬਿਕ ਇਸ ਬਰਫੀਲੇ ਤੂਫਾਨ ਕਾਰਨ ਦੇਸ਼ ਦੀ ਰਾਜਧਾਨੀ ਆਟਵਾ ਤੇ ਹੋਰ ਕਈ ਸ਼ਹਿਰਾਂ ਦੇ ਲੱਖ ਤੋਂ ਵੱਧ ਘਰ ਬਿਜਲੀ ਤੋਂ ਵਾਂਝੇ ਹੋ ਗਏ ਨੇ। ਨਿਆਗਰਾ ਫਾਲ ਦੇ ਨੇੜੇ ਅਮਰੀਕਾ ਜਾਣ ਵਾਲਾ ਪੁਲ ਖਰਾਬ ਮੌਸਮ ਕਰਕੇ ਬੰਦ ਕਰ ਦਿੱਤਾ ਗਿਆ। ਮੌਸਮ ਵਿਭਾਗ ਨੇ ਸ਼ਨੀਚਰਵਾਰ ਸਵੇਰ ਤੱਕ ਬਰਫ਼ਬਾਰੀ ਬੰਦ ਹੋਣ ਦੀ ਸੰਭਾਵਨਾ ਵੀ ਦਿੱਤੀ, ਪਰ ਠੰਡ ਦਾ ਜਿਹੜਾ ਪ੍ਰਕੋਪ ਹੈ ਉਹ ਮੰਗਲਵਾਰ ਤੱਕ ਜਾਰੀ ਰਹੇਗਾ। ਇਹਨਾਂ ਹਾਲਾਤਾਂ ਦੇ ਦਰਮਿਆਨ ਸੂਬੇ ਦੇ ਕਈ ਗੁਰਦੁਆਰਾ ਸਾਹਿਬਾਨਾਂ ਨੇ ਲੰਗਰਾਂ ਦੇ ਦਰਵਾਜ਼ੇ 24 ਘੰਟੇ ਖੋਲ੍ਹ ਦਿੱਤੇ ਨੇ। ਹੁਣ ਦਿਨ ਰਾਤ ਲੰਗਰ ਪ੍ਰਸ਼ਾਦੇ ਜਿਹੜੇ ਨੇ ਸ਼ਹੀਦੀ ਹਫ਼ਤੇ ਦੌਰਾਨ ਖੁੱਲੇ ਰਹਿਣਗੇ। ਕੈਨੇਡਾ ਤੋਂ ਬਾਅਦ ਜੇ ਅਮਰੀਕਾ ਦੀ ਗੱਲ ਕਰ ਲਈਏ ਤਾਂ ਉੱਥੇ ਬੰਬ ਚੱਕਰਵਾਤ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੰਬ ਚੱਕਰਵਾਤ ਕਰਕੇ ਅਮਰੀਕਾ ਦੇ ਵਿੱਚ ਹੱਡ ਭੰਨਵੀਂ ਠੰਡ ਪੈ ਰਹੀ ਹੈ। ਤੂਫਾਨ ਦੀ ਲਪੇਟ ਦੇ ਵਿੱਚ ਲੱਖਾਂ ਲੋਕ ਫਸ ਗਏ ਨੇ। ਮੁਲਕ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਿਜਲੀ ਗੁੱਲ ਹੋ ਗਈ ਹੈ। ਲੋਕਾਂ ਦੀਆਂ ਮੁਸ਼ਕਿਲਾਂ ਦੁੱਗਣੀਆਂ ਹੋ ਗਈਆਂ ਨੇ। ਤਾਪਮਾਨ -45 ਡਿਗਰੀ ਸੈਲਸੀਅਸ ਤੱਕ ਡਿੱਗਿਆ ਹੈ। ਬਹੁਤ ਹੀ ਜ਼ਿਆਦਾ ਵੱਡੀ ਖਬਰ ਹੈ ਕਿ -45 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚ ਗਿਆ ਤੇ ਉੱਥੇ ਲੋਕਾਂ ਦੇ ਕੀ ਹਾਲਾਤ ਹੋਣਗੇ ਆਪਾਂ ਸੋਚ ਸਕਦੇ ਹਾਂ। ਇਹਨਾਂ ਹਾਲਾਤਾਂ ਦੇ ਦਰਮਿਆਨ ਨਿਊਯਾਰਕ ਦੇ ਵਿੱਚ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਤੂਫਾਨ ਕਰਕੇ ਪੂਰਬੀ ਅਮਰੀਕਾ ਹੀ ਜ਼ਿਆਦਾ ਪ੍ਰਭਾਵਿਤ ਹੋਇਆ। ਤੇਜ਼ ਹਵਾਵਾਂ ਕਾਰਨ ਇੱਥੇ ਰੁੱਖ ਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ ਨੇ। 10 ਲੱਖ ਤੋਂ ਵੱਧ ਅਮਰੀਕੀ ਬਲੈਕਆਊਟ ਦਾ ਸਾਹਮਣਾ ਕਰ ਰਹੇ ਨੇ। ਇਸੇ ਦਰਮਿਆਨ ਕ੍ਰਿਸਮਸ ਦੇ ਹਜ਼ਾਰਾਂ ਯਾਤਰੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਹਵਾਈ ਅੱਡਿਆਂ ਤੇ ਵੀ ਫਸੇ ਹੋਏ ਦੇਖੇ ਗਏ, ਕਿਉਂਕਿ 4500 ਤੋਂ ਵੱਧ ਉਡਾਣਾਂ ਇਸ ਤੂਫਾਨ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਨੇ। ਕੱਲੇ ਉੱਤਰੀ ਕੈਰੋਲੀਨਾ ਦੇ ਵਿੱਚ 1,81,000 ਘਰ ਬਿਜਲੀ ਤੋਂ ਬਿਨਾਂ ਹੋ ਗਏ ਨੇ। ਵਰਜੀਨੀਆ ਤੇ ਟੈਨਸੀ ਦੇ ਵਿੱਚ ਵੀ ਲੱਖਾਂ ਘਰ ਬਿਜਲੀ ਤੋਂ ਸੱਖਣੇ ਹੋ ਗਏ ਨੇ। ਚੱਕਰਵਾਤ ਦੇ ਕਾਰਨ ਮੌਤਾਂ ਵੀ ਹੋ ਰਹੀਆਂ ਨੇ। ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਅਮਰੀਕਾ ਦੀਆਂ ਖਬਰਾਂ ਦੇ ਮੁਤਾਬਿਕ ਇਥੋਂ ਦੀ 60% ਦੀ ਆਬਾਦੀ ਤੂਫਾਨ ਦੇ ਨਾਲ ਪ੍ਰਭਾਵਿਤ ਹੋਈ ਹੈ। ਸਰਦੀਆਂ ਦੇ ਮੌਸਮ ਦੇ ਵਿੱਚ ਅਮਰੀਕਾ 'ਚ ਇਸ ਤੋਂ ਪਹਿਲਾਂ ਕਦੇ ਵੀ ਇੰਨਾ ਖਤਰਨਾਕ ਤੂਫਾਨ ਨਹੀਂ ਆਇਆ ਸੀ। ਇਸੇ ਕਰਕੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਤਹਿਤ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਸੜਕਾਂ ਬਰਫ਼ ਦੇ ਰਿੰਕ ਵਾਂਗੂ ਬਣ ਗਈਆਂ ਨੇ ਤੇ ਗੱਡੀਆਂ ਦੇ ਟਾਇਰ ਇਹਨਾਂ ਨੂੰ ਸੰਭਾਲ ਨਹੀਂ ਸਕਦੇ। ਦਰਅਸਲ ਬੰਬ ਚੱਕਰਵਾਤ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਮੌਸਮ ਦੇ ਵਿੱਚ, ਜਿੱਥੇ ਇੱਕ ਗੰਭੀਰ ਤੂਫਾਨ ਦੌਰਾਨ ਵਾਯੂਮੰਡਲ ਦਾ ਦਬਾਅ ਬਹੁਤ ਹੀ ਤੇਜ਼ੀ ਦੇ ਨਾਲ ਘਟਦਾ ਹੈ। ਬੰਬ ਚੱਕਰਵਾਤ ਝੀਲਾਂ ਦੇ ਨੇੜੇ ਵਿਕਸਿਤ ਹੋਇਆ ਹੈ। ਇਸ ਨੇ ਠੰਡੀਆਂ ਹਵਾਵਾਂ, ਬਰਫ਼ ਤੇ ਬਰਫੀਲੇ ਤੂਫਾਨ ਦੇ ਲਈ ਹਾਲਾਤ ਪੈਦਾ ਕੀਤੇ। ਕਰੋਨਾ ਦੇ ਰੌਲੇ ਦੀ ਗੱਲ ਕਰ ਲਈਏ ਤਾਂ ਹੋਰਨਾਂ ਮੁਲਕਾਂ ਵਾਂਗੂ ਭਾਰਤ ਦੇ ਵਿੱਚ ਵੀ ਕਰੋਨਾ ਦਾ ਰੌਲਾ ਵਧਣ ਲੱਗਿਆ ਹੈ। ਹਾਲਾਂਕਿ ਲੋਕਾਂ ਤੇ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ, ਪਰ ਸਰਕਾਰ ਹੈ ਜਿਹੜੀ ਉਹ ਹਦਾਇਤਾਂ ਲਗਾਤਾਰ ਜਾਰੀ ਕਰ ਰਹੀ ਹੈ ਅਤੇ ਪਾਬੰਦੀਆਂ ਵੀ ਲੱਗ ਰਹੀਆਂ ਨੇ, ਖਾਸ ਕਰਕੇ ਯਾਤਰਾ ਤੇ। ਸਰਕਾਰ ਨੇ ਹੁਣ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ ਤੇ ਥਾਈਲੈਂਡ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਲਈ ਕੋਵਿਡ-19 ਦੇ ਲਈ ਟੈਸਟ RT-PCR ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਨਿਰਦੇਸ਼ ਜਾਰੀ ਕੀਤੇ ਨੇ। ਪਹਿਲਾਂ ਸਿਰਫ ਰੈਂਡਮ ਯਾਨੀ ਕਿ ਕਿਸੇ ਯਾਤਰੀ ਦਾ ਟੈਸਟ ਕਰਨ ਦੀ ਹਦਾਇਤ ਸੀ, ਪਰ ਹੁਣ ਇਹਨਾਂ ਸਾਰੇ ਮੁਲਕਾਂ ਤੋਂ ਆਉਣ ਵਾਲੇ ਹਰੇਕ ਯਾਤਰੀ ਦਾ ਟੈਸਟ ਹੋਏਗਾ। ਜੇ ਇਹਨਾਂ ਮੁਲਕਾਂ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ਵਿੱਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਨੇ ਜਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਉਸ ਨੂੰ ਕੁਆਰੰਟਾਈਨ ਕੀਤਾ ਜਾਏਗਾ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਨੂੰ ਲਾਗੂ ਕਰਨ ਦੇ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਾਲ ਗੱਲ ਕਰ ਰਹੇ ਹਾਂ। ਛੇਤੀ ਹੀ ਵਿਸਥਾਰ ਦੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਕੇਂਦਰ ਸਰਕਾਰ ਨੇ ਭਾਰਤ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੇ ਲਈ ਹਵਾਈ ਸੁਵਿਧਾ ਫਾਰਮ ਦੁਬਾਰਾ ਭਰਨਾ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ ਦੇਸ਼ ਵਿੱਚ ਆਉਣ ਵਾਲੇ 94 ਕੌਮਾਂਤਰੀ ਯਾਤਰੀਆਂ ਦੀ ਰੈਂਡਮ ਕਰੋਨਾ ਵਾਇਰਸ ਟੈਸਟਿੰਗ ਹੈ ਜਿਹੜੀ ਉਹ ਦਿੱਲੀ ਹਵਾਈ ਅੱਡੇ ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ 2 ਦਿਨ ਪਹਿਲਾਂ ਇਹ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਸੀ। ਉਸ ਦੇ ਤਹਿਤ ਹਰੇਕ ਅੰਤਰਰਾਸ਼ਟਰੀ ਉਡਾਣ ਰਾਹੀਂ ਪਹੁੰਚਣ ਵਾਲੇ 2% ਯਾਤਰੀਆਂ ਦੀ ਹਵਾਈ ਅੱਡਿਆਂ ਤੇ ਟੈਸਟਿੰਗ ਕੀਤੀ ਜਾ ਰਹੀ ਹੈ। ਸਿਰਫ 94 ਯਾਤਰੀਆਂ ਦੀ ਜਾਂਚ ਹੋ ਰਹੀ ਹੈ। ਨਮੂਨਾ ਜਮ੍ਹਾਂ ਕਰਾਉਣ ਤੋਂ ਬਾਅਦ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪ੍ਰਵੇਸ਼ ਵਾਲੇ ਸਥਾਨ ਤੇ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ। ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਯਾਤਰੀਆਂ ਨੂੰ ਤੁਰੰਤ ਵੱਖ ਕੀਤੇ ਜਾਣ ਦੇ ਵੀ ਆਦੇਸ਼ ਦਿੱਤੇ ਗਏ ਨੇ। ਇਸ ਦਰਮਿਆਨ ਕੇਂਦਰ ਸਰਕਾਰ ਨੇ ਕਿਸੇ ਵੀ ਹਾਲਾਤ ਦਾ ਟਾਕਰਾ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਰਲ ਮੈਡੀਕਲ ਆਕਸੀਜਨ, ਲੋੜ ਮੁਤਾਬਿਕ ਆਕਸੀਜਨ ਸਿਲੰਡਰ ਅਤੇ ਹਸਪਤਾਲਾਂ ਦੇ ਵਿੱਚ ਵੈਂਟੀਲੇਟਰਾਂ ਵਰਗੇ ਯੰਤਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਹਦਾਇਤ ਹੈ ਕਿ ਭਾਵੇਂ ਮੁਲਕ ਦੇ ਵਿੱਚ ਹੁਣ ਕੇਸਾਂ ਦੀ ਗਿਣਤੀ ਘੱਟ ਹੈ, ਪਰ ਤਿਆਰੀ ਪੂਰੀ ਰੱਖੀ ਜਾਵੇ। ਅਮਰੀਕਾ ਤੋਂ ਇੱਕ ਵੱਡੀ ਖਬਰ ਹੈ, ਖਾਸ ਕਰਕੇ ਸਿੱਖਾਂ ਦੇ ਲਈ। ਇੱਥੋਂ ਦੀ ਸੰਘੀ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਕਿ ਅਮਰੀਕੀ ਮਰੀਨ ਕੋਰ ਦੇ ਵਿੱਚ ਹੁਣ ਸਿੱਖ ਦਾੜੀ ਵੀ ਰੱਖ ਸਕਦੇ ਨੇ ਅਤੇ ਦਸਤਾਰ ਵੀ ਸਜਾ ਸਕਦੇ ਨੇ, ਯਾਨੀ ਕਿ ਆਪਣੇ ਸਾਬਤ ਸੂਰਤ ਸਰੂਪ ਦੇ ਵਿੱਚ ਡਿਊਟੀ ਕਰ ਸਕਦੇ ਨੇ। ਡਿਸਟ੍ਰਿਕਟ ਆਫ ਕੋਲੰਬੀਆ ਦੇ ਸੰਘੀ ਅਪੀਲ ਅਦਾਲਤ ਦੇ ਜੱਜਾਂ ਨੇ ਸ਼ੁੱਕਰਵਾਰ ਨੂੰ ਸਿੱਖਾਂ ਤੇ ਅਜਿਹੀ ਪਾਬੰਦੀ ਨੂੰ ਰੱਦ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ। ਇਹ ਫੈਸਲਾ 3 ਸਿੱਖ ਮਰੀਨ ਕੋਰ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਆਇਆ ਹੈ। ਦਰਅਸਲ 3 ਸਿੱਖ ਆਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਲ ਨੇ, ਜਿਨ੍ਹਾਂ ਨੇ ਕੋਰ ਦੇ ਨਿਯਮ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਕਿਉਂਕਿ ਪਿਛਲੇ ਸਾਲ ਮਰੀਨ ਕਾਰਪਸ ਨੇ 13 ਹਫ਼ਤਿਆਂ ਦੀ ਮੁੱਢਲੀ ਸਿਖਲਾਈ ਦੇ ਸਮੇਂ ਦੌਰਾਨ 3 ਸਿੱਖਾਂ ਨੂੰ ਕੇਸ ਰੱਖਣ ਤੇ ਪੱਗ ਬੰਨ੍ਹਣ ਦੇ ਨਿਯਮਾਂ ਦੇ ਵਿੱਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ ਤਿੰਨਾਂ ਨੇ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਸਿਰ ਦੇ ਕੇਸ, ਦਾੜੀ ਨੂੰ ਲੰਬੇ ਛੱਡਣ, ਖੁੱਲੀ ਛੱਡਣ, ਕੇਸਾਂ ਨੂੰ ਪੱਗ ਨਾਲ ਢੱਕਣ, ਦਸਤਾਰ ਬੰਨ੍ਹਣ ਅਤੇ ਕੜਾ ਪਹਿਨਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹ ਡਿਊਟੀ ਬੜੇ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਨੇ ਤੇ ਹੁਣ ਉੱਥੋਂ ਦੇ ਸਿੱਖਾਂ ਨੂੰ ਇਹ ਹੱਕ ਮਿਲ ਗਿਆ ਹੈ। ਪੰਜਾਬ ਦੇ ਵੱਡੇ ਜ਼ੀਰਾ ਮੋਰਚੇ ਦੀ ਗੱਲ ਕਰ ਲਈਏ ਤਾਂ ਸਾਂਝੇ ਮੋਰਚੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗ੍ਰਿਫਤਾਰ ਕੀਤੇ ਗਏ ਜਿਹੜੇ ਲੋਕ ਨੇ ਇਸ ਮੋਰਚੇ ਦਰਮਿਆਨ, ਚਾਹੇ ਉਹ ਕਿਸਾਨ ਸਨ, ਬੀਬੀਆਂ ਸਨ, ਨੌਜਵਾਨ ਸਨ, ਉਹਨਾਂ ਨੂੰ 24 ਤਰੀਕ ਯਾਨੀ ਕਿ ਸ਼ਨੀਚਰਵਾਰ ਦੀ ਸ਼ਾਮ 7 ਵਜੇ ਰਿਹਾ ਕਰ ਦਿੱਤਾ ਜਾਏਗਾ। ਸਾਂਝਾ ਮੋਰਚਾ ਜਿਹੜਾ ਜ਼ੀਰਾ ਦਾ, ਉਹਨਾਂ ਨੇ ਇਸ ਗੱਲ ਤੇ ਸੰਤੁਸ਼ਟੀ ਜਤਾਈ ਹੈ ਕਿ ਉਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਤੇ ਜ਼ੀਰਾ ਮੋਰਚੇ ਦੀ ਜਿਹੜੀ ਤਪਸ਼ ਹੈ ਉਹ ਵਿਦੇਸ਼ਾਂ ਤੱਕ ਵੀ ਪਹੁੰਚ ਗਈ ਹੈ। ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਆਸਟ੍ਰੇਲੀਆ
ਦੇ ਮੈਲਬਰਨ ਦੇ ਵਿੱਚ ਜ਼ੀਰਾ ਦੇ ਮਨਸੂਰਵਾਲ ਕਲਾਂ ਪਿੰਡ ਦੇ ਵਿੱਚ ਲੱਗੀ ਸ਼ਰਾਬ ਫੈਕਟਰੀ ਦੇ ਖਿਲਾਫ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ। ਹੱਥਾਂ ਦੇ ਵਿੱਚ ਤਸਵੀਰਾਂ ਫੜੀ ਇਹਨਾਂ ਪ੍ਰਦਰਸ਼ਨਕਾਰੀ ਪੰਜਾਬੀਆਂ ਨੇ ਮੰਗ ਕੀਤੀ ਕਿ ਕਿਸਾਨਾਂ ਤੇ ਕੀਤੇ ਨਾਜਾਇਜ਼ ਪਰਚੇ ਰੱਦ ਕੀਤੇ ਜਾਣ ਤੇ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ। ਪਾਣੀ ਬਚਾਓ ਧਰਤੀ ਬਚਾਓ ਦਾ ਹੋਕਾ ਵਿਦੇਸ਼ੀ ਧਰਤੀ ਤੋਂ ਵੀ ਉੱਠਿਆ ਹੈ। ਨਾਲ ਹੀ ਇਹ ਵੀ ਨਾਅਰਾ ਦਿੱਤਾ ਗਿਆ, ਫੈਕਟਰੀ ਹਟਾਓ ਇਲਾਕਾ ਬਚਾਓ। ਤੇ ਆਸਟ੍ਰੇਲੀਆ ਦੇ ਵਿੱਚ ਹੋਏ ਇਸ ਪ੍ਰਦਰਸ਼ਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹੋਰਨਾਂ ਮੁਲਕਾਂ ਦੇ ਵਿੱਚ ਵੀ ਜ਼ੀਰਾ ਦੇ ਸਾਂਝੇ ਮੋਰਚੇ ਨੂੰ ਇਸੇ ਤਰ੍ਹਾਂ ਹਮਾਇਤ ਮਿਲ ਸਕਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਵੀ ਪੱਕੇ ਮੋਰਚੇ ਜਾਰੀ ਨੇ ਅਤੇ ਟੋਲ ਪਲਾਜ਼ੇ ਜਿਹੜੇ 10 ਜ਼ਿਲ੍ਹਿਆਂ ਦੇ ਵਿੱਚ 18 ਥਾਵਾਂ ਤੇ ਬੰਦ ਕੀਤੇ ਹੋਏ ਨੇ ਉਹ ਵੀ ਲਗਾਤਾਰ ਜਾਰੀ ਨੇ। ਯਾਨੀ ਕਿ ਇੱਥੇ ਪਰਚੀ ਕੱਟਣੀ ਬੰਦ ਕੀਤੀ ਹੋਈ ਹੈ। ਟੋਲ ਪਲਾਜ਼ੇ ਤੋਂ ਆਵਾਜਾਈ ਉਸੇ ਤਰ੍ਹਾਂ ਲੰਘ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਾਰਪੋਰੇਟ ਜਗਤ ਦੇ ਵੱਲੋਂ ਪੋਲਿਊਟ ਕੀਤੇ ਯਾਨੀ ਕਿ ਪ੍ਰਦੂਸ਼ਿਤ ਕੀਤੇ ਜਾ ਰਹੇ ਪਾਣੀਆਂ ਦਾ ਮੁੱਦਾ ਚੁੱਕਿਆ। ਅੰਮ੍ਰਿਤਸਰ ਸ਼ਹਿਰ ਦੇ ਚੁਫੇਰੇ ਬਰਸਾਤੀ ਨਾਲਿਆਂ ਦੇ ਵਿੱਚ ਕਹਿੰਦੇ ਕਾਰਪੋਰੇਟ ਕੰਪਨੀਆਂ ਵੱਡੇ ਪੱਧਰ ਤੇ ਗੰਦਾ ਪਾਣੀ ਸੁੱਟ ਰਹੀਆਂ ਨੇ ਜੋ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ, ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਹਾਈਕੋਰਟ ਦੀ ਆੜ ਦੇ ਵਿੱਚ ਸੂਬਾ ਸਰਕਾਰ ਉਲਝਾ ਰਹੀ ਹੈ ਜੋ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਤੇ ਪੈਂਦੇ ਮਾਨਾਂਵਾਲਾ ਟੋਲ ਪਲਾਜ਼ਾ ਤੇ ਕਿਸਾਨੀ ਲਹਿਰ ਦੀ ਹਮਾਇਤ ਅਤੇ ਟੋਲ ਟੈਕਸ ਮੁਕਤ ਸੜਕਾਂ ਕਰਨ ਦੇ ਲਈ ਦਸਤਖਤ ਕਰਵਾਓ ਮੁਹਿੰਮ ਵਿੱਢੀ ਗਈ ਹੈ, ਜਿਸ ਵਿੱਚ ਸਾਰੇ ਵਰਗਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਹਜ਼ਾਰਾਂ ਲੋਕਾਂ ਨੇ ਹਾਂ ਦੇ ਵਿੱਚ ਦਸਤਖਤ ਕੀਤੇ ਨੇ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ ਤੁਹਾਨੂੰ ਖਬਰ ਦੱਸ ਦਿੰਦੇ ਹਾਂ ਕਿਉਂਕਿ ਕਤਲकांड ਤੋਂ ਬਾਅਦ ਮੂਸਾ ਪਿੰਡ ਕਾਫੀ ਚਰਚਾ ਦੇ ਵਿੱਚ ਹੈ। ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਬਣਾਈ ਸ਼ਾਨਦਾਰ ਹਵੇਲੀ 'ਚ ਉਸਦੇ ਮਾਪਿਓ ਰਹਿੰਦੇ ਨੇ ਤੇ ਹੁਣ ਉਸ ਹਵੇਲੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਹੀ ਸੁਰੱਖਿਆ ਵਧਾਏ ਜਾਣ ਦੀਆਂ ਖਬਰਾਂ ਆ ਗਈਆਂ ਸਨ ਤੇ ਸ਼ਨੀਚਰਵਾਰ ਸਵੇਰ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਪੁਲਿਸ ਕਰਮੀ ਵੱਡੀ ਗਿਣਤੀ ਵਿੱਚ ਤੈਨਾਤ ਨੇ। ਮੂਸਾ ਪਿੰਡ ਆਉਂਦੇ ਜਾਂਦੇ ਹਰੇਕ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਆਪਣੇ ਤੰਬੂ ਇੱਥੇ ਗੱਡ ਦਿੱਤੇ ਨੇ। ਲੇਡੀ ਪੁਲਿਸ ਵੀ ਤੈਨਾਤ ਹੈ। ਹਵੇਲੀ ਦੇ ਬਾਹਰ ਵੀ ਵੱਡੀ ਫੋਰਸ ਲਾਈ ਹੋਈ ਹੈ। NIA ਦੀਆਂ ਟੀਮਾਂ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੇ ਵਿੱਚ ਸ਼ਨੀਚਰਵਾਰ ਨੂੰ ਛਾਪੇਮਾਰੀ ਕੀਤੀ ਹੈ। ਸਰਹੱਦ ਪਾਰ ਨਾਰਕੋ ਅੱਤਵਾਦ ਦੇ ਮਾਮਲੇ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਇਲਾਵਾ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਦੇ ਵਿੱਚ ਵੀ ਛਾਪੇਮਾਰੀ ਕੀਤੀ। ਪਤਾ ਲੱਗਿਆ ਕਿ ਛਾਪੇਮਾਰੀ ਵੱਖ-ਵੱਖ ਮਾਮਲਿਆਂ ਦੇ ਨਾਲ ਸੰਬੰਧਿਤ ਹੈ। ਪੰਜਾਬ ਸਰਹੱਦ ਪਾਰੋਂ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪਾਕਿਸਤਾਨ ਦੇ ਵੱਲੋਂ ਭਾਰਤ ਖਿਲਾਫ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ NIA ਜਾਂਚ ਦੇ ਵਿੱਚ ਜੁਟੀ ਹੈ। ਇਸ ਦਰਮਿਆਨ ਏਜੰਸੀ ਨੇ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਵੀ 16 ਤੋਂ 17 ਥਾਵਾਂ ਤੇ ਛਾਪੇਮਾਰੀ ਕੀਤੀ। ਅੰਮ੍ਰਿਤਸਰ ਦੇ ਵਿੱਚ ਟੀਮਾਂ ਪਿੰਡ ਲੋਪੋਕੇ ਪਹੁੰਚੀਆਂ। ਇੱਥੇ ਇੱਕ ਘਰ 'ਚ ਛਾਪਾ ਮਾਰਿਆ ਗਿਆ। ਟੀਮਾਂ ਆਪਣੇ ਨਾਲ ਕੁਝ ਕਾਗਜ਼ ਅਤੇ ਇਲੈਕਟ੍ਰੋਨਿਕ ਯੰਤਰ ਵੀ ਲੈ ਕੇ ਗਈਆਂ। ਇਸ ਤਰ੍ਹਾਂ ਤਰਨਤਾਰਨ ਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਰੇਡ ਕੀਤੀ ਗਈ। NIA ਦੀ ਟੀਮ ਅੰਮ੍ਰਿਤਸਰ ਦੀ ਮਜੀਠਾ ਮੰਡੀ ਵਿੱਚ ਇੱਕ ਕਾਰੋਬਾਰੀ ਤੱਕ ਵੀ ਪਹੁੰਚੀ ਹੈ। ਸ਼ਨੀਚਰਵਾਰ ਨੂੰ ਪੰਜਾਬ ਦੇ ਸਕੂਲਾਂ ਦੇ ਵਿੱਚ ਅਧਿਆਪਕ ਮਾਪੇ ਮਿਲਣੀ ਹੋਈ ਤੇ ਇਹ ਮਿਲਣੀ ਦੀ ਖਬਰ ਖਾਸ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ PT ਮੀਟਿੰਗ ਦੇ ਵਿੱਚ ਸ਼ਾਮਿਲ ਹੋਏ। ਪੰਜਾਬ ਸਰਕਾਰ ਦੇ ਅਧੀਨ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ PTM ਦੇ ਵਿੱਚ ਸ਼ਾਮਿਲ ਹੋਣ ਦੇ ਲਈ 2 ਘੰਟੇ ਦੀ ਛੁੱਟੀ ਵੀ ਦਿੱਤੀ ਗਈ। ਪਟਿਆਲਾ ਦੇ ਸਰਕਾਰੀ ਸਕੂਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਇਲਾਵਾ ਦਿੱਲੀ ਦੇ ਡਿਪਟੀ CM ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਪਹੁੰਚੇ। ਇਹਨਾਂ ਤਿੰਨਾਂ ਮੰਤਰੀਆਂ ਨੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਅਤੇ ਸਾਫ਼ ਸ਼ਬਦਾਂ ਦੇ ਵਿੱਚ ਪੁੱਛਿਆ ਕਿ ਬੱਚਿਓ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ। ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਨੂੰ ਸਰਕਾਰੀ ਸਕੂਲਾਂ ਤੇ ਧਿਆਨ ਦੇਣ ਤੇ ਖੁਸ਼ੀ ਜਤਾਈ। ਮਾਪਿਆਂ ਨੇ ਕਿਹਾ ਕਿ ਕਿਸੇ ਵੀ ਮੁੱਖ ਮੰਤਰੀ ਨੇ ਸਿੱਖਿਆ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਪਹਿਲੀ ਵਾਰੀ ਕਦਮ ਚੁੱਕੇ ਨੇ। ਇੱਕ ਬੱਚੇ ਦੀ ਮਾਂ ਤਾਂ ਇੱਥੋਂ ਤੱਕ ਕਹਿੰਦੀ ਦਿਖੀ ਕਿ 30 ਸਾਲ ਬਾਅਦ ਕਿਸੇ ਮੁੱਖ ਮੰਤਰੀ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਉਹਨਾਂ ਨੂੰ ਭਰੋਸਾ ਹੀ ਨਹੀਂ ਹੋ ਰਿਹਾ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ CM ਭਗਵੰਤ ਮਾਨ ਨੇ ਅੰਮ੍ਰਿਤਸਰ 'ਚ ਹੋਣ ਵਾਲੀ G20 ਕਾਨਫਰੰਸ ਦੇ ਵਿੱਚ ਸ਼ਾਮਿਲ ਹੋਣ ਦਾ ਵੀ ਸੱਦਾ ਦਿੱਤਾ ਤੇ ਕਿਹਾ ਕਿ ਇਸ ਵਾਰੀ ਕਾਨਫਰੰਸ ਦਾ ਵਿਸ਼ਾ ਸਿੱਖਿਆ ਹੈ।
ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵੱਲ ਧਿਆਨ ਦੇਣ ਲਈ ਕਿਹਾ ਤੇ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਸਕੂਲਾਂ ਨੂੰ ਪੂਰੇ ਦੇਸ਼ ਦੇ ਵਿੱਚ ਨੰਬਰ 1 ਬਣਾ ਦੇਣਗੇ। ਇਸ ਮੌਕੇ ਮੁੱਖ ਮੰਤਰੀ ਨੇ ਵੀ ਦਾਅਵਾ ਕੀਤਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਉਣ ਤੇ ਹੀ ਧਿਆਨ ਦੇਣਗੇ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਹੋਰ ਵਿਭਾਗਾਂ ਤੇ ਹੋਰ ਕੰਮਾਂ ਵਿੱਚ ਲੱਗੇ ਸਾਰੇ ਅਧਿਆਪਕਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਤੇ ਉਹਨਾਂ ਨੂੰ ਹੁਣ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ। ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ, ਮੇਰੀ ਪਾਰਟੀ ਤੇ ਵਿਸ਼ਵਾਸ ਕੀਤਾ, ਅਰਵਿੰਦ ਕੇਜਰੀਵਾਲ ਤੇ ਵਿਸ਼ਵਾਸ ਕੀਤਾ ਕਿ ਯਾਰ ਲੱਗਦੇ ਤਾਂ ਆਪਣੇ ਵਰਗੇ ਹੀ ਨੇ ਯਾਰ, ਇਹ ਕਹਿੰਦੇ ਤਾਂ ਗੱਲਾਂ ਉਹੀ ਨੇ ਯਾਰ ਜਿਹੜੀਆਂ ਆਪਾਂ ਸੋਚਦੇ ਹਾਂ। ਮੈਨੂੰ ਲੱਗਦਾ ਕਰ ਦੇਣਗੇ ਯਾਰ। ਆਪ ਵਿਸ਼ਵਾਸ ਕੀਤਾ ਤਾਂ ਅਸੀਂ ਲੱਗੇ ਹੋਏ ਹਾਂ। ਕੋਈ ਵੋਟਾਂ ਨਹੀਂ ਨੇੜੇ ਤੇੜੇ। ਇਹ ਕੰਮ ਸਰਕਾਰਾਂ ਆਖਰੀ 6 ਮਹੀਨਿਆਂ 'ਚ ਕਰਦੀਆਂ ਹੁੰਦੀਆਂ ਸੀ, ਜਿਹੜੇ ਅਸੀਂ ਪਹਿਲੇ 6 ਮਹੀਨਿਆਂ 'ਚ ਕਰ ਰਹੇ ਹਾਂ। ਵੋਟਾਂ ਮੰਗਣ ਵੇਲੇ ਦੇਖਾਂਗੇ ਕੀ ਹੋਊਗਾ, ਉਹ ਤੋਂ ਬਾਅਦ ਦੀ ਗੱਲ ਹੈ। ਪਹਿਲਾਂ ਕੰਮ ਕਰੀਏ। ਲੋਕ ਕਹਿਣਗੇ ਸਾਨੂੰ ਲਾਂਭਾ ਦੇਣਗੇ ਆਉਣ ਵਾਲੀਆਂ ਪੀੜ੍ਹੀਆਂ। ਤੁਸੀਂ ਵੀ 5 ਸਾਲ ਆਏ ਸੀ, ਫਿਰ ਤੁਸੀਂ ਕੀ ਕੀਤਾ ਬਈ? ਇੱਕ ਦਿਨ ਇੱਕ ਘੰਟਾ ਲੇਟ ਆ। ਇੱਕ ਦਿਨ 'ਚ 10-10 ਮੀਟਿੰਗਾਂ ਕਰਦਾ ਮੈਂ। ਐਂ ਟਿਪਸ ਤੇ ਪਿਆ ਮੇਰੇ ਸਾਰੇ ਪੰਜਾਬ ਦੇ ਮਸਲੇ, ਸਾਰੇ ਪੰਜਾਬ ਦੇ ਮਸਲੇ ਐਂ ਪਏ ਨੇ। ਇਹਨੂੰ ਕਦੋਂ ਇਹਨੂੰ ਕੀ ਕਰਾਂ, ਇਹਦਾ ਕੀ ਕਰਾਂਗੇ, ਇਹਨੂੰ ਐਂ ਕਰ ਦੋ। ਫਿਰ ਉਹ ਕਹਿੰਦੇ ਐਂ ਨਹੀਂ ਹੁੰਦਾ। ਐਂ ਕਿਉਂ ਨਹੀਂ ਹੁੰਦਾ? ਫਿਰ ਐਂ ਕਰ ਦੋ। ਇਸ ਮੌਕੇ ਮੁੱਖ ਮੰਤਰੀ ਮਾਨ ਪਿਛਲੀਆਂ ਸਰਕਾਰਾਂ ਨੂੰ ਘੇਰਨਾ ਵੀ ਨਹੀਂ ਭੁੱਲੇ। ਕਹਿੰਦੇ ਕਿ ਪਿਛਲੇ ਹਾਕਮਾਂ ਨੇ ਲੋਕਾਂ ਨੂੰ ਸਿਰਫ ਲੁੱਟਿਆ ਹੈ, ਹੋਰ ਕੁਝ ਵੀ ਨਹੀਂ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਕਰਨਾਲ ਵਿੱਚ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਐਸਕੇਐਮ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 26 ਜਨਵਰੀ ਨੂੰ ਹੀ ਹਰਿਆਣਾ ਦੀ ਜੀਂਦ ਵਿੱਚ ਵੱਡੀ ਰੈਲੀ ਵੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਕਿਸਾਨ ਪਹੁੰਚਣਗੇ। ਬਾਕੀ ਸੂਬਿਆਂ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਟਰੈਕਟਰ ਮਾਰਚ ਤੋਂ ਬਾਅਦ ਕਿਸਾਨ ਜ਼ਿਲ੍ਹਾ ਪੱਧਰ ਤੇ ਡੀਸੀ ਨੂੰ ਮੰਗ ਪੱਤਰ ਸੌਂਪਣਗੇ ਅਤੇ ਇਸ ਮੰਗ ਪੱਤਰ ਦੇ ਵਿੱਚ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਪੱਧਰ ਦੀ ਬੈਠਕ ਦੇ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ ਸਮੇਤ रुलदू सिंह मानसा ਤੇ ਹੋਰ ਕਈ किसान लीडर शामिल हुए। 26 जनवरी क्योंकि एक महत्वपूर्ण दिन 26 जनवरी है। 26 जनवरी को ही सरकार ने आंदोलन को तोड़ने की कोशिश करी, तो उसी 26 जनवरी को हम बड़ी एक पंचायत जींद के अंदर हरियाणा में करेंगे। कई स्टेट के लोग यहाँ पे आएंगे और जो लोग यहाँ पे नहीं आएंगे वे अपने गांव में, अपने शहर में, अपने तहसील में उसमें और ज्ञापन वहां पे देंगे जो डीसी होगा। और लखीमपुर खीरी पे पूरा एसकेएम निगाह रखे हुए हैं कि उसमें कोई भी घटनाक्रम होता है तो हम लखीमपुर खीरी पे हम हर तरह आंदोलन को तैयार है। ये हमारी सारी चीजें अभी तय हुई है। और डेट भी हम जो मार्च की डेट होगी वो डेट आपको समय आने पे बता देंगे। 26 ਜਨਵਰੀ ਦੀ ਰੈਲੀ ਤੋਂ ਬਾਅਦ ਮਾਰਚ ਮਹੀਨੇ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਅਗਲੀ ਬੈਠਕ ਕਰਨਗੇ। ਹਾਲਾਂਕਿ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅੰਦੋਲਨ ਦੌਰਾਨ ਦੇਸ਼ ਭਰ ਦੇ ਵਿੱਚ ਕਿਸਾਨਾਂ ਤੇ ਜਿਹੜੇ ਮੁਕੱਦਮੇ ਦਰਜ ਹੋਏ ਸਨ, ਸਰਕਾਰ ਦਾ ਦਾਅਵਾ ਹੈ ਕਿ ਉਹ ਵਾਪਸ ਲੈ ਲਏਗੀ, ਪਰ ਕਿਸਾਨਾਂ ਦਾ ਦਾਅਵਾ ਹੈ ਕਿ ਹਾਲੇ ਵੀ ਥਾਣਿਆਂ ਦੇ ਵਿੱਚ ਕਈ ਕਿਸਾਨਾਂ ਖਿਲਾਫ ਮੁਕੱਦਮੇ ਦਰਜ ਪਏ ਨੇ। ਕਿਸਾਨਾਂ ਨੇ ਮੀਟਿੰਗ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ, ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਨੂੰ ਹਟਾਉਣ, ਜਿਹੜਾ ਕਿ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦਾ ਪਿਓ ਹੈ, ਤੇ ਕਿਸਾਨਾਂ ਉੱਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਸੰਗਰੂਰ ਦੇ ਇੱਕ ਪਿੰਡ ਨੇ ਇੱਕ ਨਵੀਂ ਪਿਰਤ ਪਾਈ ਹੈ। ਨਵੇਂ ਸਾਲ ਤੋਂ ਦੁਕਾਨਾਂ ਤੇ ਤੰਬਾਕੂ ਦੀ ਵਿਕਰੀ ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ। ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਦੀ ਐਸਜੀਪੀਸੀ ਨੇ ਸ਼ਲਾਘਾ ਕੀਤੀ ਹੈ ਤੇ ਪੰਜਾਬ ਦੇ ਬਾਕੀ ਪਿੰਡਾਂ ਨੂੰ ਵੀ ਅਜਿਹੀ ਪਹਿਲ ਕਰਨ ਦੀ ਅਪੀਲ ਕੀਤੀ ਹੈ। ਸੰਗਰੂਰ ਦੇ ਸੁਨਾਮ ਅਧੀਨ ਆਉਣ ਵਾਲੇ ਪਿੰਡ ਝਾੜੋਂ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਤੇ ਗ੍ਰਾਮ ਪੰਚਾਇਤ ਨੇ ਮਿਲ ਕੇ ਇਹ ਫੈਸਲਾ ਲਾਗੂ ਕੀਤਾ ਹੈ। ਇਸ ਮੁਤਾਬਿਕ 1 ਜਨਵਰੀ 2023 ਤੋਂ ਪਿੰਡ ਦੀਆਂ ਦੁਕਾਨਾਂ ਤੇ ਤੰਬਾਕੂ, ਬੀੜੀ, ਸਿਗਰਟ, ਜਰਦੇ ਵਰਗਾ ਸਮਾਨ ਨਹੀਂ ਵਿਕੇਗਾ। ਫੜੇ ਗਏ ਤਾਂ 7 ਦਿਨ ਦੁਕਾਨ ਬੰਦ ਰਹੇਗੀ, 5000 ਤੱਕ ਦਾ ਜੁਰਮਾਨਾ ਹੋਵੇਗਾ। ਗ੍ਰਾਮ ਪੰਚਾਇਤ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਸਿਰਫ ਵੇਚਣ ਤੇ ਹੀ ਪਾਬੰਦੀ ਨਹੀਂ ਹੈ, ਇਸ ਨੂੰ ਵਰਤਣ ਵਾਲਿਆਂ ਤੇ ਵੀ ਕਾਰਵਾਈ ਹੋਵੇਗੀ। ਜੇ ਕੋਈ ਪਿੰਡ ਦੀਆਂ ਸੱਥਾਂ, ਬੱਸ ਸਟੈਂਡ, ਸਕੂਲ ਜਾਂ ਫਿਰ ਜਨਤਕ ਥਾਵਾਂ ਤੇ ਸਿਗਰਟ, ਬੀੜੀ ਪੀਂਦਾ ਫੜਿਆ ਗਿਆ, ਜਰਦਾ ਲਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਡੇਰਾ ਬੱਸੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕਰਨ ਤੇ ਉਸ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ 4 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਇਹਨਾਂ ਦੇ ਖਿਲਾਫ ਧਾਰਾ 506, 323, 341 ਤੇ 295 ਏ ਦੇ ਤਹਿਤ ਕਾਰਵਾਈ ਹੋਈ ਹੈ। ਹਾਲਾਂਕਿ ਇਹਨਾਂ ਦੇ ਵਿੱਚੋਂ ਸਿਰਫ 2 ਜਣੇ ਹੀ ਪੁਲਿਸ ਨੇ ਕਾਬੂ ਕੀਤੇ ਨੇ। ਜਾਣਕਾਰੀ ਮੁਤਾਬਿਕ ਪੀੜਤ ਸਿੱਖ ਨੌਜਵਾਨ ਡੇਰਾ ਬੱਸੀ ਦੀ ਲਾਈਫ ਕੇਅਰ ਲੈਬੋਰੇਟਰੀ ਦੇ ਵਿੱਚ
ਸੈਂਪਲ ਇਕੱਠੇ ਕਰਨ ਦਾ ਕੰਮ ਕਰਦਾ ਹੈ। 2 ਦਿਨ ਪਹਿਲਾਂ ਜਦੋਂ ਇੱਥੇ ਰਾਮਲੀਲਾ ਮੈਦਾਨ ਦੇ ਵਿੱਚ ਸਥਿਤ ਲੈਬੋਰੇਟਰੀ ਦੇ ਵਿੱਚ ਆਇਆ ਤੇ ਕਾਰ ਕੱਢ ਕੇ ਬਾਹਰ ਆਉਣ ਲੱਗਿਆ ਤਾਂ ਅੱਗੇ ਵਾਲੀ ਕਾਰ ਵਿੱਚ ਸਵਾਰ 4 ਨੌਜਵਾਨਾਂ ਨੇ ਉਸ ਨੂੰ ਰਾਹ ਨਹੀਂ ਦਿੱਤਾ ਤੇ ਇਸੇ ਦਰਮਿਆਨ ਇਸ ਸਾਰੇ ਨੌਜਵਾਨ ਪੀੜਤ ਨੌਜਵਾਨ ਦੇ ਨਾਲ ਖੈਬੜ ਪਏ। ਚਾਰਾਂ ਨੇ ਰਲ ਕੇ ਉਸ ਨੂੰ ਕੁੱਟਿਆ ਵੀ, ਦਸਤਾਰ ਵੀ ਲਾਹੀ ਤੇ ਉੱਥੋਂ ਫਰਾਰ ਹੋ ਗਏ। ਬਾਅਦ ਵਿੱਚ ਇਹਨਾਂ ਵਿੱਚੋਂ 2 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਪਰ 2 ਹਾਲੇ ਵੀ ਫਰਾਰ ਨੇ। ਪੁਲਿਸ ਨੇ ਮੌਕੇ ਦੀ ਫੁਟੇਜ ਹਾਸਲ ਕਰਕੇ ਅੱਗੇ ਦੀ ਕਾਰਵਾਈ ਦਾ ਦਾਅਵਾ ਕੀਤਾ ਹੈ। ਹੁਣ ਪੰਜਾਬ ਦੇ ਉਸ ਗੁਰਸਿੱਖ ਨੌਜਵਾਨ ਦੀ ਗੱਲ ਕਰਦੇ ਹਾਂ ਜਿਸ ਦੀ ਚਰਚਾ ਖਬਰਾਂ ਦੇ ਵਿੱਚ ਹੋ ਰਹੀ ਹੈ। ਦਰਅਸਲ IPL ਦੀ ਮਿਨੀ ਆਕਸ਼ਨ ਹੋਈ ਹੈ ਜਿਸ ਵਿੱਚ ਪੰਜਾਬ ਕਿੰਗਸ ਨੇ ਸੈਮ ਕਰਨ ਨੂੰ 18.5 ਕਰੋੜ ਦੇ ਵਿੱਚ ਖਰੀਦ ਕੇ ਰਿਕਾਰਡ ਤਾਂ ਬਣਾਇਆ ਹੀ ਹੈ ਤਾਂ ਪੰਜਾਬ ਦੇ ਇੱਕ ਹੋਰ ਖਿਡਾਰੀ ਦੇ ਨਾਮ ਵੀ IPL ਦਾ ਰਿਕਾਰਡ ਬੋਲਣ ਲੱਗਿਆ ਹੈ। ਇਸ ਖਿਡਾਰੀ ਦੀ IPL ਦੇ ਲਈ ਚੋਣ ਹੋਈ ਹੈ ਪਰ ਇਸ ਨੂੰ ਪੰਜਾਬ ਨੇ ਨਹੀਂ ਬਲਕਿ ਹੈਦਰਾਬਾਦ ਦੀ ਸਨਰਾਈਜ਼ਰ ਟੀਮ ਨੇ ਖਰੀਦਿਆ ਹੈ। ਸਨਵੀਰ ਸਿੰਘ ਨਾਮ ਹੈ ਜਿਸ ਨੂੰ ਹੈਦਰਾਬਾਦ ਦੀ ਟੀਮ ਨੇ 20 ਲੱਖ ਰੁਪਏ ਦੇ ਵਿੱਚ ਇਸ ਖਿਡਾਰੀ ਨੂੰ ਖਰੀਦਿਆ। ਸਨਵੀਰ ਸਿੰਘ ਦੀ ਖਾਸੀਅਤ ਹੈ ਕਿ ਉਹ ਆਲਰਾਊਂਡਰ ਹੈ। ਹੈਦਰਾਬਾਦ ਦੀ ਟੀਮ ਨੂੰ ਉਸਦੇ ਆਉਣ ਨਾਲ ਕਾਫੀ ਫਾਇਦਾ ਹੋਵੇਗਾ। ਆਲਰਾਊਂਡਰ ਦਾ ਮਤਲਬ ਹੈ ਕਿ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਦੇ ਵਿੱਚ ਹੀ ਨੌਜਵਾਨ ਕਮਾਲ ਕਰਦਾ ਹੈ। ਉਧਰ ਇੰਗਲੈਂਡ ਦੇ ਸੈਮ ਕਰਨ ਵੀ ਆਲਰਾਊਂਡਰ ਹੋਣ ਕਰਕੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਨੇ। ਸਨਵੀਰ ਸਿੰਘ ਸਿੱਧੇ ਹੱਥ ਦੇ ਬੱਲੇਬਾਜ਼ ਨੇ ਤੇ ਮੀਡੀਅਮ ਗੇਂਦਬਾਜ਼ੀ ਦੇ ਨਾਲ ਟੀਮ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਦਿੰਦੇ ਨੇ। ਹੁਣ ਇੱਕ ਹੋਰ ਚੰਗੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਯੂਪੀ ਤੋਂ ਆ ਰਹੀ ਹੈ। ਉਂਝ ਖਾਸ ਕਰਕੇ ਯੂਪੀ ਤੋਂ ਹਮੇਸ਼ਾ ਆਪਾਂ ਨੂੰ ਵਾਰਦਾਤਾਂ ਦੀਆਂ, ਅਪਰਾਧ ਦੀਆਂ ਖਬਰਾਂ ਹੀ ਸੁਣਨ ਨੂੰ ਮਿਲਦੀਆਂ ਨੇ ਪਰ ਐਤਕੀ ਚੰਗੀ ਖਬਰ ਸੁਣਾ ਰਹੇ ਹਾਂ ਗੋਂਡਾ ਜ਼ਿਲ੍ਹੇ ਤੋਂ ਜਿੱਥੇ ਖਾਕੀ ਦੀ ਸ਼ਾਨਦਾਰ ਤਸਵੀਰ ਸਾਹਮਣੇ ਆਈ ਹੈ। ਯੂਪੀ ਪੁਲਿਸ ਦੇ ਵਿੱਚ ਤੈਨਾਤ ਇੱਕ ਕਾਂਸਟੇਬਲ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇੱਕ ਰੁੱਖ ਹੇਠਾਂ ਸਕੂਲ ਚਲਾ ਰਿਹਾ ਹੈ। ਗੋਂਡਾ ਜ਼ਿਲ੍ਹੇ ਦੇ ਕਰਨਲਗੰਜ ਥਾਣੇ ਦੇ ਵਿੱਚ ਤੈਨਾਤ ਕਾਂਸਟੇਬਲ ਨੂੰ ਜਦੋਂ ਵੀ ਡਿਊਟੀ ਤੋਂ ਸਮਾਂ ਮਿਲਦਾ ਤਾਂ ਉਹ ਲੋੜਵੰਦ ਗਰੀਬ ਬੱਚਿਆਂ ਨੂੰ ਪੜ੍ਹਾਉਂਦਾ ਹੈ। ਇਹ ਕਾਂਸਟੇਬਲ ਬੱਚਿਆਂ ਦੇ ਵਿੱਚ ਪੁਲਿਸ ਸਰ ਦੇ ਨਾਮ ਨਾਲ ਮਸ਼ਹੂਰ ਹੈ ਤੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਰੋਜ਼ਾਨਾ 1 ਘੰਟੇ ਦਾ ਸਮਾਂ ਕੱਢਦਾ ਹੈ। ਇਸ ਸਮੇਂ ਇਸ ਪੁਲਿਸ ਕਾਂਸਟੇਬਲ ਦੇ ਕੋਲ ਰੋਜ਼ਾਨਾ 100 ਦੇ ਕਰੀਬ ਬੱਚੇ ਪੜ੍ਹਨ ਲਈ ਆਉਂਦੇ ਨੇ। ਬੱਚਿਆਂ ਨੂੰ ਸਾਇੰਸ ਗ੍ਰੈਜੂਏਟ ਮੁਹੰਮਦ ਜ਼ਾਫਰ ਬੜੀ ਲਗਨ ਦੇ ਨਾਲ ਪੜ੍ਹਾਉਂਦੇ ਨੇ ਤੇ ਜੇ ਕਿਸੇ ਬੱਚੇ ਨੂੰ ਪੁੱਛੋ ਕਿ ਉਹ ਕਿਸ ਤੋਂ ਪੜ੍ਹ ਰਿਹਾ ਹੈ ਤਾਂ ਹਰ ਬੱਚੇ ਦੇ ਬੁੱਲਾਂ ਤੇ ਇੱਕੋ ਹੀ ਗੱਲ ਹੁੰਦੀ ਹੈ, ਪੁਲਿਸ ਸਰ ਪੜ੍ਹਾਉਂਦੇ ਨੇ ਤੇ ਬਹੁਤ ਵਧੀਆ ਪੜ੍ਹਾਉਂਦੇ ਨੇ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਵੀ ਦੱਸ ਦਿੰਦੇ ਹਾਂ। ਦਿੱਲੀ ਹਾਈ ਕੋਰਟ ਨੇ ਬਿਨਾਂ ਫਾਸਟੈਗ ਵਾਲੇ ਵਾਹਨ ਚਾਲਕਾਂ ਤੋਂ ਦੁੱਗਣਾ ਟੋਲ ਵਸੂਲਣ ਸੰਬੰਧੀ ਨਿਯਮ ਨੂੰ ਚੁਣੌਤੀ ਦੇਣ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਕੇਂਦਰ ਤੋਂ ਜਵਾਬ ਮੰਗਿਆ। ਬੈਂਚ ਨੇ ਇਸ ਪਟੀਸ਼ਨ ਤੇ NHAI ਅਤੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਨਿਯਮ ਪੱਖਪਾਤੀ ਹੈ, ਜਨਤਕ ਹਿੱਤਾਂ ਦੇ ਖਿਲਾਫ ਹੈ ਕਿਉਂਕਿ NHAI ਨੂੰ ਨਗਦੀ ਦੇ ਰੂਪ ਵਿੱਚ ਭੁਗਤਾਨ ਕਰਨ ਉੱਤੇ ਦੁੱਗਣਾ ਟੋਲ ਵਸੂਲਣ ਦਾ ਇਹ ਅਧਿਕਾਰ ਦਿੰਦਾ ਹੈ ਤੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੈ। ਹਾਈ ਕੋਰਟ ਨੇ ਅਧਿਕਾਰੀਆਂ ਨੂੰ ਜਵਾਬ ਦਾਖਲ ਕਰਨ ਦੇ ਲਈ 4 ਮਹੀਨਿਆਂ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਤੈਅ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਆਉਂਦੀ ਜਨਗਣਨਾ ਦੌਰਾਨ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ ਕਿ OBC ਦੇ ਲਈ ਜਾਤੀ ਆਧਾਰਿਤ ਜਨਗਣਨਾ ਦੇ ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਕੇਂਦਰ ਸਮਾਜਿਕ ਨਿਆਂ ਮੰਤਰਾਲੇ ਤੇ ਹੋਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਸਿਖਰਲੀ ਅਦਾਲਤ ਐਡਵੋਕੇਟ ਕ੍ਰਿਸ਼ਨ ਕਨਈਆ ਪਾਲ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਜਿਸ ਨੇ ਕਿਹਾ ਸੀ ਕਿ ਸਰਕਾਰਾਂ ਜਾਤੀ ਆਧਾਰਿਤ ਸਰਵੇਖਣ ਅਤੇ ਜਾਤੀ ਆਧਾਰਿਤ ਜਨਗਣਨਾ ਦੀ ਘਾਟ ਕਰਕੇ ਪਛੜੀਆਂ ਸ਼੍ਰੇਣੀਆਂ ਦੇ ਸਾਰੇ ਵਰਗਾਂ ਨਾਲ ਭਲਾਈ ਸਕੀਮਾਂ ਦੇ ਲਾਭ ਨੂੰ ਦੇਣ ਵਿੱਚ ਅਸਮਰੱਥ ਨੇ। ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੀ ਦੂਸਰੇ ਦਰਜੇ ਦੀ ਅਧਿਆਪਕ ਭਰਤੀ ਪ੍ਰੀਖਿਆ ਦਾ ਆਮ ਗਿਆਨ ਤੇ ਸਿੱਖਿਆ ਮਨੋਵਿਗਿਆਨ ਦਾ ਪੇਪਰ ਲੀਕ ਹੋ ਗਿਆ। ਸੂਚਨਾ ਦੇ ਆਧਾਰ ਤੇ ਪੁਲਿਸ ਨੇ 40 ਤੋਂ ਵੱਧ ਵਿਅਕਤੀਆਂ ਨੂੰ ਬੱਸ ਵਿੱਚੋਂ ਪੇਪਰ ਹੱਲ ਕਰਦੇ ਹੋਏ ਕਾਬੂ ਕੀਤਾ ਹੈ। ਸ਼ਨੀਚਰਵਾਰ ਨੂੰ ਸੂਬੇ ਦੇ 1193 ਪ੍ਰੀਖਿਆ ਕੇਂਦਰਾਂ ਤੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਪ੍ਰੀਖਿਆ ਹੋਣੀ ਸੀ ਪਰ ਪਹਿਲਾਂ ਹੀ ਪੇਪਰ ਲੀਕ ਹੋਣ ਕਰਕੇ RPSC ਨੇ ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ ਲੀਕ ਹੋਣ ਤੋਂ ਬਾਅਦ ਸੂਬੇ ਭਰ ਤੋਂ ਉਮੀਦਵਾਰਾਂ ਦੇ ਪ੍ਰਦਰਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਉਦੈਪੁਰ ਜ਼ਿਲ੍ਹੇ ਦੇ SP ਵਿਕਾਸ ਸ਼ਰਮਾ ਨੇ ਕਿਹਾ ਕਿ ਸਾਨੂੰ ਲੰਘੀ ਰਾਤ ਹੀ ਇਨਪੁਟ ਮਿਲਿਆ ਸੀ ਇਸ ਕਰਕੇ ਤੁਰੰਤ ਪੇਪਰ ਰੱਦ ਕਰਨਾ ਪਿਆ। ਪੇਪਰ ਲੀਕ ਹੋਣ ਤੋਂ ਬਾਅਦ BJP ਨੇ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਗੁਲਾਬ ਚੰਦ ਕਟਾਰੀਆ ਨੇ ਪੇਪਰ ਲੀਕ ਕਾਂਡ ਨੂੰ ਸਰਕਾਰ ਤੇ ਧੱਬਾ ਦੱਸਿਆ। ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਕਿ ਬਦਕਿਸਮਤੀ ਦੇ ਨਾਲ ਦੇਸ਼ ਭਰ ਵਿੱਚ ਪੇਪਰ ਲੀਕ ਕਰਨ ਵਾਲੇ ਗਰੋਹ ਵਧੇ ਫੁੱਲੇ ਨੇ ਜਿਸ ਕਰਕੇ ਕਈ ਸੂਬਿਆਂ ਦੇ ਵਿੱਚ ਪੇਪਰ ਲੀਕ ਕਰਨ ਵਾਲੀਆਂ ਘਟਨਾਵਾਂ ਵਾਪਰਦੀਆਂ ਨੇ। ਇੱਥੋਂ ਤੱਕ ਕਿ ਨਿਆਂਪਾਲਿਕਾ ਤੇ ਫੌਜ ਦੀਆਂ ਪ੍ਰੀਖਿਆਵਾਂ ਦੇ ਪੇਪਰ ਵੀ ਲੀਕ ਹੁੰਦੇ ਨੇ। ਕਿਸੇ ਵੀ ਨੌਜਵਾਨ ਨਾਲ ਕਹਿੰਦੇ ਅਸੀਂ ਬੇਇਨਸਾਫੀ ਨਹੀਂ ਹੋਣ ਦਿਆਂਗੇ, ਦੋਸ਼ੀਆਂ ਨੂੰ ਸਖਤ ਸਜ਼ਾ ਦੇਵਾਂਗੇ। ਸ਼ੁੱਕਰਵਾਰ ਨੂੰ CBI ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ICICI ਬੈਂਕ ਦੀ ਸਾਬਕਾ CEO ਅਤੇ ਪ੍ਰਬੰਧਕ ਨਿਰਦੇਸ਼ਕ ਚੰਦਾ ਕੋਛੜ ਅਤੇ ਉਸਦੇ ਪਤੀ ਦੀਪਕ ਕੋਛੜ ਨੂੰ ਦਿੱਲੀ ਤੋਂ ਮੁੰਬਈ ਲਿਜਾਇਆ ਗਿਆ ਜਿੱਥੇ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ CBI ਦੇ ਵੱਲੋਂ ਚੰਦਾ ਤੇ ਦੀਪਕ ਤੋਂ ਪੁੱਛ ਪੜਤਾਲ ਕਰਨ ਦੇ ਲਈ ਉਹਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਗਈ। ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦੇ ਖਿਲਾਫ ਵੀਡੀਓਕਾਨ ਗਰੁੱਪ ਦੀਆਂ ਕੰਪਨੀਆਂ ਨੂੰ ਕਰਜ਼ਾ ਦੇਣ ਦੇ ਵਿੱਚ ਕਥਿਤ ਬੇਨਿਯਮੀਆਂ ਦਾ ਮਾਮਲਾ ਦਰਜ ਹੈ। ਬਿਹਾਰ ਪੁਲਿਸ ਨੇ ਛਪਰਾ ਦੇ ਵਿੱਚ ਨਕਲੀ ਸ਼ਰਾਬ ਦੇ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। PTI ਦੀ ਰਿਪੋਰਟ ਮੁਤਾਬਿਕ
ਮੁਤਾਬਿਕ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਮੁੱਖ ਦੋਸ਼ੀ ਵੀ ਸ਼ਾਮਲ ਹੈ ਜੋ ਇਸ ਘਟਨਾ ਦੇ ਲਈ ਜ਼ਿੰਮੇਦਾਰ ਹੈ। ਸਾਰਨ ਪੁਲਿਸ ਦੇ ਐਸਪੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਇੱਕ ਹੋਮਿਓਪੈਥੀ ਕੰਪਾਊਂਡਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਹੋਮਿਓਪੈਥੀ ਕੰਪਾਊਂਡਰ ਨੂੰ ਨਕਲੀ ਸ਼ਰਾਬ ਮਾਮਲੇ ਦਾ ਮਾਸਟਰਮਾਈਂਡ ਦੱਸ ਰਹੀ ਹੈ ਤੇ ਨਕਲੀ ਸ਼ਰਾਬ ਪੀਣ ਕਾਰਨ ਛਪਰਾ ਦੇ ਵਿੱਚ 38 ਲੋਕਾਂ ਦੀ ਮੌਤ ਹੋ ਗਈ ਸੀ। ਯੂਪੀ ਤੋਂ ਖਬਰ ਹੈ ਜਿੱਥੇ ਕਾਨਪੁਰ ਦੇ ਵਿੱਚ ਲੁਟੇਰਿਆਂ ਦੇ ਇੱਕ ਗਰੋਹ ਨੇ ਭਾਨੂਤੀ ਦੇ ਵਿੱਚ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵਿੱਚੋਂ 1 ਕਰੋੜ ਰੁਪਏ ਦਾ ਸੋਨਾ ਲੱਖਾਂ ਦੇ ਵਿੱਚ ਲੁੱਟ ਲਿਆ। ਲੁਟੇਰਿਆਂ ਨੇ ਬੈਂਕ ਦੀ ਇਮਾਰਤ ਦੇ ਪਿੱਛੋਂ 10 ਫੁੱਟ ਲੰਮੀ ਸੁਰੰਗ ਪੁੱਟ ਕੇ ਲੁੱਟ ਮਚਾਈ, ਗੈਸ ਕਟਰ ਦੇ ਨਾਲ ਲੋਕਰ ਖੋਲੇ ਅਤੇ ਪੌਣੇ 2 ਕਿਲੋ ਸੋਨਾ ਲੁੱਟ ਲਿਆ। ਲੁਟੇਰਿਆਂ ਨੇ ਬ੍ਰਾਂਚ ਅੰਦਰਲੇ ਇੱਕ ਸੀਸੀਟੀਵੀ ਕੈਮਰੇ ਦਾ ਰੁੱਖ ਦੂਸਰੇ ਪਾਸੇ ਕਰ ਦਿੱਤਾ ਤੇ ਅਲਾਰਮ ਸਿਸਟਮ ਵੀ ਬੰਦ ਕਰ ਦਿੱਤਾ ਤੇ ਇਸ ਲੁੱਟ ਨੂੰ ਅੰਜਾਮ ਦਿੱਤਾ। ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਵਿੱਚ ਇੱਟਾਂ ਦੇ ਭੱਠੇ ਦੀ ਚਿਮਨੀ ਵਿੱਚ ਧਮਾਕਾ ਹੋਣ ਕਾਰਨ 9 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਹਿੱਸਾ ਲਿਆ। ਤਮਿਲਨਾਡੂ ਤੋਂ ਵੱਡੇ ਹਾਦਸੇ ਦੀ ਖਬਰ ਹੈ ਜਿੱਥੇ ਥੇਨੀ ਦੇ ਵਿੱਚ ਵਾਹਨ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 8 ਯਾਤਰੀ ਮਾਰੇ ਗਏ। ਇਹ ਸਾਰੇ ਸਬਰੀਮਾਲਾ ਤੋਂ ਵਾਪਸ ਆ ਰਹੇ ਸਨ। ਜ਼ਿਲ੍ਹਾ ਮੈਜਿਸਟ੍ਰੇਟ ਕੇਵੀ ਮੁਰਲੀਧਰਨ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। 2 ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪਹਾੜੀ ਸੜਕ ਦੇ ਮੋੜ ਤੇ ਡਰਾਈਵਰ ਦੇ ਵੱਲੋਂ ਵਾਹਨ ਤੋਂ ਕੰਟਰੋਲ ਗੁਆ ਦੇਣ ਕਾਰਨ ਇਸ ਹਾਦਸੇ ਦੇ ਵਾਪਰੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਟਰੱਕ ਤੇ ਕਾਰ ਦੀ ਆਮੋ-ਸਾਹਮਣੇ ਟੱਕਰ ਕਾਰਨ ਵਾਪਰਿਆ। ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਸੀ। ਪੁਲਿਸ ਨੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਪਰ ਉਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸ਼ਾਮ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।